ਜਸ ਟੀਵੀ ਦੇਖ ਰਹੇ ਤੁਸੀਂ, ਮੈਂ KP ਸਿੰਘ। ਅੱਜ ਦਾ ਮੁੱਦਾ ਵੇ ਤੁਹਾਡਾ ਸਭ ਦਾ ਸਵਾਗਤ ਕਰਦਾ ਹਾਂ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ यानी हरप्रीत सिंह खरा ने यह कहा कि सिखां दे प्रति नफरती प्रचार हो रहा है, सोशल मीडिया पर प्रचार किया जा रहा है, सरकार मूक दर्शक बनी हुई है। इस तो इलावा उन्होंने कहा कि जे हिंदू राष्ट्र के मुद्दे को आधार बना के ये सारिया गल्लां कीतियां जा रही, तो उन्होंने कहा कि जे हिंदू राष्ट्र की गल की जा सकती है, सिख राष्ट्र की गल क्यों नहीं। इहो जिहे तमाम उन्होंने टिप्पणियां सामने आई हैं। इस करके सानूं चर्चा करनी पै रही है तो सवाल पूछना पै रहा है कि जथेदार की चिंता का केंद्र की। ਸ਼ਰੇਆਮ ਕਿਧਰੇ ਸਿੱਖਾਂ ਦੀ ਨਸਲਕੁਸ਼ੀ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ, ਕਿਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਉੱਤੇ ਹਮਲਾ ਕਰਨ ਦੀਆਂ ਜਿਹੜੀਆਂ ਨੇ ਗੱਲਾਂ ਕੀਤੀਆਂ ਜਾ ਰਹੀਆਂ ਨੇ। ਸਰਕਾਰ ਜਿਹੜੀ ਹੈ ਉਹ ਮੂਕ ਦਰਸ਼ਕ ਬਣੀ ਹੋਈ। ਜੇ ਇਸ ਮੁਲਕ ਦੇ ਵਿੱਚ ਹਿੰਦੂ ਰਾਸ਼ਟਰ ਦੇ ਦਾਅਵੇ ਕਰਨੇ ਜਾਂ ਹਿੰਦੂ ਰਾਸ਼ਟਰ ਦੀਆਂ ਗੱਲਾਂ ਕਰਨੀਆਂ ਗਲਤ ਨਹੀਂ ਹੈ, ਤਾਂ ਫਿਰ ਸਿੱਖ ਰਾਸ਼ਟਰ ਦੀਆਂ ਗੱਲਾਂ ਕਰਨ ਵਾਲੇ ਜਿਹੜੇ ਆ ਉਹ ਗਲਤ ਕਿਵੇਂ ਹੋ ਸਕਦੇ। फटाफट तुहानूं पॉइंटर दस दईए, जथेदार साहब ने किहड़ी चिंता जताई है। श्री अकाल तख्त साहब के कार्यकारी जथेदार ने घट गिनती प्रति चिंता जताई है। सिखां विरुद्ध नफरत फैलाने वाले शरारती अंसरां तो जथेदार चिंतित नजर आ रहे हैं। उन्होंने कहा कि सरकार मुक्त दर्शक बनी हुई है, सोशल मीडिया पर भड़काऊ बयानबाजी है जी हो रही है, उस नत्थ पाई जानी चाहिए है। नत्थ पाउण की मांग की जा रही है। प्रशासन को घेरिया, मुक्त दर्शक बने रहने का इल्ज़ाम लगा रहे हैं। तो नाल ही उन्होंने कहा कि सरकार ਜਿਹੜੀ ਉਹ ਧਮਕੀਆਂ ਦੇਣ ਵਾਲਿਆਂ ਨੂੰ ਗ੍ਰਿਫਤਾਰ ਨਹੀਂ ਕਰ ਰਹੀ। ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਹਿੰਦੂ ਰਾਸ਼ਟਰ ਦੀ ਗੱਲ ਜੇ ਜਾਇਜ਼ ਹੈਗੀ ਤਾਂ ਸਿੱਖ ਰਾਸ਼ਟਰ ਦੀ ਗੱਲ ਗਲਤ ਕਿਵੇਂ ਹੈਗੀ। ਇਹ ਪਹਿਲੀ ਵਾਰ ਨਹੀਂ ਉਹਨਾਂ ਨੇ ਕੀਤੀ ਗੱਲ, ਇਸ ਤੋਂ ਪਹਿਲਾਂ ਵੀ ਉਹਨਾਂ ਨੇ ਇਹ ਗੱਲ ਲਗਾਤਾਰ ਕੀਤੀ ਹੈ। ਨਾਲ ਹੀ ਉਹਨੇ ਬੰਦੀ ਸਿੱਖਾਂ ਦੇ ਮੁੱਦੇ ਤੇ ਵੀ ਸਰਕਾਰ ਨੂੰ ਕਟਹਿਰੇ 'ਚ ਖੜਾ ਕੀਤਾ ਹੈ। ਇਹ ਵੀ ਲਗਾਤਾਰ ਉਹ ਖੜਾ ਕਰ ਰਿਹਾ ਸਰਕਾਰ ਨੂੰ ਕਟਹਿਰੇ 'ਚ ਮੁਲਕ ਨੂੰ ਇਕਜੁੱਟ ਕਰਨ ਲਈ ਪੱਖਪਾਤ ਖਤਮ ਕਰਨ ਦੀ ਨਸੀਹਤ ਦਿੱਤੀ ਹੈ। ਯਾਨੀ ਕਿ ਸਿੱਧਾ ਸਿੱਧਾ ਉਹਨਾਂ ਨੇ ਕਿਹਾ ਕਿ ਘੱਟ ਗਿਣਤੀ ਸਿੱਖਾਂ ਨਾਲ ਵਿਤਕਰਾ ਹੋ ਰਿਹਾ ਹੈ। तो इसे सारे मुद्दे गलबात करने लिए दो खास मेहमान साडे नाल मौजूद है कि उन्होंने तुहाडा तारुफ कराना तो उस तो बाद चर्चा शुरू करांगे। गुरचरण सिंह गरेवाल जनरल सकत्तर श्रोमणी गुरुद्वारा प्रबंधक कमेटी दे ते उन्होंने ये नवीं जिम्मेवारी मिली है तो इस नवीं जिम्मेवारी लिए उन्होंने शुभकामनावां भी असीं भेंट करते हैं। गुरचरण सिंह गरेवाल तुहाडा बहुत स्वागत है सर। तलवंत सिंह बुट्टर सीनियर जर्नलिस्ट ने। तलवंत सिंह बुट्टर अक्सर पंथक एजेंडिਆਂ बारे लगातार लिखते रहते हैं, बोलते रहते हैं, तो इन्हों समझने की कोशिश करा कि जथेदार की चिंता का केंद्र है कि मिस्टर बुट्टर तुहाडा बहुत स्वागत है। धन्यवाद जी। गरेवाल साहब तुहानूं नवीं जिम्मेवारी मिली है, तुहानूं शुभकामनावां भी, पर जथेदार साहब जो चिंता जता रहे हैं इउं लगता है कि तुसीं कतार बन्नी हुई है। कदे अकाली दल बयान दिंदा है, कदे SGPC ये गल करदी है, तो हुण जथेदार साहब ने गल कीती है। जथेदार साहब की गल का वजन ज़्यादा है गरेवाल साहब। बहुत धन्यवाद जी KP जी, ਤੁਸੀਂ ਸਾਡੀ ਹੌਸਲਾ ਅਫਜ਼ਾਈ ਕਰਦੇ ਹੋ। ਦੇਖੋ ਜਥੇਦਾਰ ਸਾਹਿਬ ਦੇ ਬਿਆਨ ਨੂੰ ਅਸੀਂ ਜੇ ਸ਼੍ਰੋਮਣੀ ਕਮੇਟੀ ਜਾਂ ਅਕਾਲੀ ਦਲ ਦੇ ਨਾਲ ਮਿਲਾਈਏ ਤੇ ਉਹ ਮੈਨੂੰ ਲੱਗਦਾ ਅਸੀਂ ਜਸਟੀਫਾਈ ਨਹੀਂ ਕਰ ਰਹੇ ਹੋਵਾਂਗੇ। ਅਕਾਲੀ ਦਲ ਇੱਕ ਰਾਜਨੀਤਿਕ ਪਾਰਟੀ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਮਰਥ ਸੰਸਥਾ ਹੈ, ਪਰ ਉਹਦਾ ਮੁਕਾਬਲਾ ਅਸੀਂ ਜਥੇਦਾਰ ਸਾਹਿਬ ਦੇ ਬਿਆਨਾਂ ਨਾਲ ਨਹੀਂ ਕਰ ਸਕਦੇ ਕਿ ਅਸੀਂ ਬਾਰੀ ਬੰਨੀ ਹੋਈ ਹੈ। ਸੋ ਜਥੇਦਾਰ ਸਾਹਿਬ ਦੇ ਬਿਆਨ ਜਿਹੜੇ ਆ ਅਕਸਰ ਹਮੇਸ਼ਾ ਹੀ ਸਮੇਂ ਦੇ ਮੁਤਾਬਕ ਸਾਨੂੰ ਚੇਤੰਨ ਕਰਦੇ ਆ, ਚਾਹੇ ਅਕਾਲੀ ਦਲ ਨੂੰ ਚੇਤੰਨ ਕਰਨ, ਚਾਹੇ ਸ਼੍ਰੋਮਣੀ ਕਮੇਟੀ ਨੂੰ ਕਰਨ ਤੇ ਚਾਹੇ ਸਰਕਾਰਾਂ ਨੂੰ ਕਰਨ। ਮੈਂ ਨਾ ਤੁਹਾਡੇ ਮਾਧਿਅਮ ਰਾਹੀਂ ਸਾਡੀ ਆਵਾਜ਼ ਘੱਟ ਸੁਣਦੇ ਆ, ਤੁਹਾਡੇ ਮਾਧਿਅਮ ਰਾਹੀਂ ਇਹ ਗੱਲ ਦੱਸਣੀ ਚਾਹੁੰਦੇ ਆ ਕਿ ਜਿਹੜੇ ਜਥੇਦਾਰ ਸਾਹਿਬ ਨੇ ਇਹ 2.5-3 ਮਿੰਟ ਦੀ ਜਿਹੜੀ ਹੈਗੀ ਆ ਵੀਡੀਓ, ਇਸ ਨੂੰ ਦੇਸ਼ ਦੀਆਂ ਸਰਕਾਰਾਂ ਜਿਹੜੀਆਂ ਇਹ ਉੱਚੀ ਆਵਾਜ਼ ਕਰਕੇ 2-3-4 ਵਾਰੀ ਸੁਣਨੇ, ਮਾਦਾ ਰੱਖਣ ਸੁਣਨ ਦਾ ਤੇ ਫਿਰ ਸਮਝਣ। ਜਦੋਂ ਇਹ ਸੁਣਨ ਦੀ ਕਹਿੰਦਾ ਮਾਦਾ ਰੱਖਣਗੇ ਤਾਂ ਫਿਰ ਇਹ ਇਹਨਾਂ ਨੂੰ ਕੁਛ ਚੋਂ ਪ੍ਰਾਪਤ ਹੋਏਗਾ। ਸਭ ਤੋਂ ਵੱਡੀ ਗੱਲ ਤਾਂ ਇਹ ਆ ਕਿ ਇਸ ਦੇਸ਼ ਦੇ ਵਿੱਚ ਜਿਹੜੇ ਅੱਜ ਆਗੂ ਬੈਠੇ ਨੇ ਜਾਂ ਇਹ ਤੋਂ ਪਹਿਲਾਂ ਸੀ, ਉਹ ਇਸ ਗੱਲ ਦਾ ਨਾਅਰਾ ਦਿੰਦੇ ਆ ਕਿ ਦੇਸ਼ ਦੀ ਏਕਤਾ ਅਖੰਡਤਾ ਮਜ਼ਬੂਤੀ ਰੱਖਣੀ ਆ। ਕਦੇ ਪਾਕਿਸਤਾਨ ਤੇ ਹਮਲਾ ਕਰਦੇ ਆ, ਕਦੇ ਕਦੇ ਚਾਈਨਾ ਤੋਂ ਖਤਰਾ, ਚਾਹੇ ਕਦੇ ਇਧਰਲੇ ਪਾਸੇ ਆ ਜਿਹੜੀ ਜੰਮੂ ਕਸ਼ਮੀਰ ਵਾਲਾ ਮਸਲਾ ਬਣਾ ਦਿੰਦੇ ਆ। ਕਹਿੰਦੇ ਏਕਤਾ ਜਥੇਦਾਰ ਸਾਹਿਬ ਨੇ ਜਿਹੜਾ ਜ਼ਿਕਰ ਕੀਤਾ ਨਾ ਵੀ ਅਖੰਡ ਭਾਰਤ ਦੀ ਜੇ ਤੁਸੀਂ ਸ਼ੁਭਰਾ ਲੈਣਾ ਚਾਹੁੰਦੇ ਹੋ ਤਾਂ ਫਿਰ ਜਥੇਦਾਰ ਸਾਹਿਬ ਦੀ ਗੱਲ ਸੁਣੋ। ਜਥੇਦਾਰ ਸਾਹਿਬ ਦੇਸ਼ ਨੂੰ ਅਖੰਡ ਰੱਖਣ ਦੀ ਗੱਲ ਕਰਦੇ ਆ ਤੇ ਇਹ ਗੱਲ ਸਮਝ ਨਹੀਂ ਆ ਰਹੀ ਉਹਨਾਂ ਨੂੰ, ਤੇ ਉਹ ਜਥੇਦਾਰ ਸਾਹਿਬ ਦੀ ਇਸ ਟਿੱਪਣੀ ਤੇ ਖਫਾ ਹੋ ਜਾਂਦੇ ਆ। ਫਿਰ ਇਹ ਕਹਿੰਦੇ ਆ ਜੀ ਜਥੇਦਾਰ ਸਾਹਿਬ ਇੱਕ ਤਰਫਾ ਕਰਦੇ ਆ। ਹੁਣ ਮੈਨੂੰ ਦੱਸੋ ਕਿ ਜਥੇਦਾਰ ਸਾਹਿਬ ਨੇ ਜਿਹੜਾ ਆਪਣਾ ਮਤ ਜਾਰੀ ਕੀਤਾ ਤੇ ਉਹਦੇ ਵਿੱਚ ਕਿਹੜੀ ਗਲਤ ਗੱਲ ਕਹੀ ਹੈ ਜੀ ਉਹਨਾਂ ਨੇ ਤਾਂ ਇਹੋ ਹੀ ਕਿਹਾ ਨਾ ਕਿ ਸਿੱਖਾਂ ਪ੍ਰਤੀ ਜਿਹੜੀ ਨਫ਼ਰਤ ਆ ਉਹ ਪਰੋਸੀ ਜਾ ਰਹੀ ਆ। ਕਿ ਸਿੱਖ ਜਿਹੜੇ ਇਹ ਦੇਸ਼ ਦਾ ਹਿੱਸਾ ਨਹੀਂ,
ਕੀ ਸਿੱਖਾਂ ਨੇ ਇਸ ਦੇਸ਼ ਦੀ ਕੁਰਬਾਨੀ ਨਹੀਂ ਕੀਤੀ? ਤੇ ਇੱਥੇ ਜਿਹੜਾ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਸੀ, ਤੇ ਉਸ ਹਮਲੇ ਦਾ ਕੁੱਲ ਦੁਨੀਆ ਦੇ ਅੰਦਰ ਜਿਹੜਾ ਕਹਿੰਦਾ ਉਹਦਾ ਰੋਸ ਪ੍ਰਗਟ ਹੋਇਆ, ਤੇ ਕਾਂਗਰਸ ਨੇ ਉਹਦਾ ਮੁਆਵਜ਼ਾ ਝੱਲਿਆ। ਤੇ ਅੱਜ ਤਾਂ ਦਿਨ ਦਿਹਾੜੇ ਲੋਕ ਜਿਹੜੇ ਆ ਦਿਨ ਦਿਹਾੜੇ ਬਿਆਨ ਦੇ ਰਹੇ ਨੇ, ਤੇ ਸਾਡੀਆਂ ਇਹ ਸਰਕਾਰਾਂ, ਚਾਹੇ ਕੇਂਦਰ ਦੀ ਸਰਕਾਰ ਹੈ ਚਾਹੇ ਪੰਜਾਬ ਦੀ ਸਰਕਾਰ ਹੈ, ਉਹ ਕਹਿ ਰਿਹਾ ਕਿ ਸਾਨੂੰ ਫੇਰ ਲੋੜ ਪਏਗੀ, ਅਸੀਂ ਦਰਬਾਰ ਸਾਹਿਬ ਤੇ ਹਮਲਾ ਕਰਾਂਗੇ। ਕਿਸੇ ਵਿਅਕਤੀ ਦੀ ਐਡੀ ਜ਼ੁਰਤ ਕਾਹਦੀ? ਉਹਨਾਂ ਨੇ ਬੜਾ ਸੋਹਣੀ ਗੱਲ ਕੀਤੀ ਆ ਕਿ ਅਸੀਂ ਕਿਸੇ ਦੇ ਧਰਮ ਨੂੰ ਨੀਵਾ ਨਹੀਂ ਦਿਖਾਉਂਦੇ, ਅਸੀਂ ਕਿਸੇ ਧਰਮ ਦੇ ਖਿਲਾਫ ਟਿੱਪਣੀ ਨਹੀਂ ਕਰਦੇ, ਪਰ ਰੱਬ ਨਾ ਕਰੇ ਜੇ ਇਹੋ ਜੀ ਗੱਲ ਕਿਸੇ ਗੈਰ ਹਿੰਦੂ ਨੇ ਕੀਤੀ ਹੁੰਦੀ। ਨਹੀਂ ਗਰੇਵਾਲ ਸਾਹਿਬ ਤੁਸੀਂ ਕੀ ਕਾਰਵਾਈ ਦੀ ਮੰਗ ਕਰਦੇ ਹੋ? ਪਾਰਟੀ ਨੇ ਕਾਰਵਾਈ ਕਰਤੀ, ਪਰਚਾ ਹੋ ਗਿਆ, ਹੋਰ ਤੁਸੀਂ ਕੀ ਚਾਹੁੰਦੇ ਹੋ? ਨਹੀਂ, ਪਰਚਾ ਤਾਂ ਹੋ ਗਿਆ, ਮੇਰੀ ਸੁਣੋ ਨਾ ਗੱਲ। ਤੇ ਕੱਲ ਅੱਜ ਹੀ ਹੋਇਆ ਨਾ ਜੀ, ਰਾਤ ਹੀ ਹੋਇਆ। ਜਦੋਂ ਜਥੇਦਾਰ ਸਾਹਿਬ ਨੇ ਗੱਲ ਕੀਤੀ ਸੀ ਉਦੋਂ ਨਹੀਂ ਸੀ ਹੋਇਆ। ਦੂਜੀ ਗੱਲ ਆ, ਇਕੱਲੇ ਪਰਚੇ ਤੇ ਬਹੁਤ ਤੁਰੇ ਫਿਰਦੇ ਆ। ਜੇ ਤੁਸੀਂ ਉਹਨਾਂ ਨੂੰ ਫੜ ਕੇ ਅੰਦਰ ਨਹੀਂ ਕਰੋਗੇ, ਹੁਣ ਤੁਸੀਂ ਦੇਖੋ ਕਿ ਪੰਜਾਬ ਦੇ ਅੰਦਰ ਸੂਰੀ ਨਾਂ ਦਾ ਜਿਹੜਾ ਸ਼ਿਵ ਸੈਨਿਕ ਉਹਦਾ ਕਤਲ ਹੋ ਜਾਂਦਾ। ਹੁਣ ਰੌਲਾ ਤਾਂ ਇਸ ਗੱਲ ਦਾ ਪਾਉਣ ਦੀ ਕੋਸ਼ਿਸ਼ ਕੀਤੀ ਕਿ ਮੈਂ ਧੰਨਵਾਦ ਕਰਦਾ ਤੁਹਾਡੇ ਮਾਧਿਅਮ ਰਾਹੀਂ ਹਿੰਦੂ ਭਰਾਵਾਂ ਦਾ ਕਿ ਉਹਨਾਂ ਨੇ ਇਸ ਨੂੰ ਸੀਰੀਅਸ ਨਹੀਂ ਲਿਆ। ਉਹਦਾ ਕਾਰਨ ਸੀ ਕਿਉਂਕਿ ਉਹ ਹਰ ਰੋਜ਼ ਨਵਾਂ ਪੰਗਾ ਖੜਾ ਕਰਦਾ ਸੀ, ਜਿਸ ਕਰਕੇ ਪੰਜਾਬ ਦੇ ਹਾਲਾਤ ਖਰਾਬ ਹੋਣੇ ਸੀ। ਤੇ ਸਾਡੇ ਜਿਹੜੇ ਵੱਡੀ ਗਿਣਤੀ ਹਿੰਦੂ ਭਰਾ ਸਾਰੇ ਕਾਰੋਬਾਰੀ ਨੇ, ਉਹ ਸਾਰੇ ਸਮਝਦੇ ਸੀ ਇਸ ਗੱਲ ਨੂੰ ਕਿ ਇਸ ਬੰਦੇ ਗਰੇਵਾਲ ਸਾਹਿਬ ਠੀਕ ਹੈ ਤੁਹਾਡੀ ਗੱਲ। ਚਲੋ ਉਹਨੇ ਇਹੋ ਜਿਹੇ ਭਾਸ਼ਣ ਦਿੱਤੇ ਆ, ਸੰਬੋਧਨ ਕੀਤੇ ਆ, ਇਹੋ ਜਿਹੇ ਵਿਚਾਰ ਰੱਖੇ ਆ, ਪਰ ਸਵਾਲ ਹੈ ਗਰੇਵਾਲ ਸਾਹਿਬ, ਤੁਸੀਂ ਕਤਲ ਨੂੰ ਜਸਟੀਫਾਈ ਤਾਂ ਨਹੀਂ ਕਰ ਸਕਦੇ ਨਾ? ਨਹੀਂ ਜੀ, ਮੇਰੀ ਗੱਲ ਸੁਣੋ। ਕਤਲ ਨੂੰ ਜਸਟੀਫਾਈ ਕਰਨਾ ਨਾ ਕਰਨਾ, ਸਿੱਖ ਕਦੇ ਵੀ ਕਿਸੇ ਦਾ ਕਤਲ ਕਰਨ ਲਈ ਜਨਮ ਨਹੀਂ ਲੈਂਦਾ। ਸਿੱਖ ਤਾਂ ਬਚਾਉਂਦਾ ਵਾ, ਭਾਵੇਂ ਕੋਈ ਵੀ ਆ, ਉਹਨੂੰ ਬਚਾਉਣ ਵਾਸਤੇ ਗੱਲ ਕਰਦਾ, ਗਊ ਗਰੀਬ ਦੀ ਰਾਖੀ ਕਰਦਾ। ਪਰ ਇਹਦਾ ਜਿਹੜਾ ਮੈਂ ਪਿਛੋਕੜ ਦੀ ਗੱਲ ਕਰਨਾ ਕਿ ਉਹ ਮਸਲਾ ਉਹਨੇ ਖੜਾ ਕੀਤਾ ਤੇ ਪੰਜਾਬ 'ਚ ਖਤਰਾ ਪੈਦਾ ਹੋ ਜਾਂਦਾ। ਸੋ ਅਸੀਂ ਤਾਂ ਇਸ ਗੱਲ ਦੀ ਫਿਕਰਮੰਦ ਆ ਕਿ ਪਿਛਲੇ ਜਿਹੜਾ ਕਾਲਾ ਦੌਰ ਆ ਉਹ ਇਸ ਪੰਜਾਬ 'ਚ ਨਾ ਵਾਪਰੇ। ਗਰੇਵਾਲ ਸਾਹਿਬ, ਮੈਂ ਮਿਸਟਰ ਬੁੱਟਰ ਨੂੰ ਵੀ ਜੋੜਨਾ, ਪਰ ਮੈਂ ਇੱਕ ਸਵਾਲ ਹੋਰ ਤੁਹਾਨੂੰ ਕਰਨਾ ਚਾਹੁੰਦਾ ਗਰੇਵਾਲ ਸਾਹਿਬ। ਜਦੋਂ ਅਸੀਂ ਇਹਨਾਂ ਬਿਆਨਾਂ ਨੂੰ ਜ਼ਿਆਦਾ ਤਵੱਜੋ ਦਿੰਦੇ ਆ, ਸਾਨੂੰ ਐਉਂ ਨਹੀਂ ਲੱਗਦਾ ਕਿ ਅਸੀਂ ਜਾਣ-ਬੁੱਝ ਕੇ ਇਸ ਬਿਆਨ ਨੂੰ ਮੁੱਦਾ ਬਣਾਉਣਾ ਚਾਹੁੰਦੇ ਆ? ਗਰੇਵਾਲ ਸਾਹਿਬ, ਜਦੋਂ ਤੁਹਾਨੂੰ ਲੱਗਦਾ ਕਿ ਕੋਈ ਭੜਕਾਊ ਬਿਆਨ ਦੇ ਰਿਹਾ, ਅਸੀਂ ਉਸ ਬੰਦੇ ਦੀ ਅਹਿਮੀਅਤ ਨੂੰ ਇੰਨਾ ਕੁ ਵਧਾ ਦਿੰਦੇ ਆ, ਉਸ ਦੇ ਉਲਟ ਬਿਆਨ ਦੇ ਕੇ ਸਾਨੂੰ ਲੱਗਦਾ ਕਿ ਪਤਾ ਨਹੀਂ ਇਹ ਬੰਦਾ ਹੀ ਸਾਰਾ ਕੁਝ ਸਿੱਖ ਕੌਮ ਦੇ ਖਿਲਾਫ ਬੋਲਦਾ ਪਿਆ, ਤੇ ਚਲੋ ਕਰੋ ਟਾਰਗੇਟ ਇਹਨੂੰ। ਗਰੇਵਾਲ ਸਾਹਿਬ, ਨਹੀਂ, ਇਹ ਗੱਲ ਨਹੀਂ ਜੀ, ਇਹ ਗੱਲ ਨਹੀਂ। ਦੇਖੋ, ਗੱਲ ਇਹ ਆ, ਸਿੱਖ ਜਿਹੜੀ ਹੈ ਕਣਕੀ ਕੌਮ ਆ। ਸਿੱਖਾਂ ਨੇ ਆਪਦਾ ਸਵਾਭਾਨ ਵੀ ਰੱਖਿਆ, ਆਪਦੀ ਆਇਡੈਂਟੀ ਵੀ ਰੱਖੀ ਆ, ਤੇ ਇਸ ਦੇਸ਼ ਨੂੰ ਵੀ ਬਚਾਇਆ, ਮਾਨਵਤਾ ਨੂੰ ਬਚਾਇਆ, ਜ਼ੁਲਮ ਤੇ ਜ਼ਬਰ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਆ। ਤੇ ਇਹਦਾ ਮਤਲਬ ਹਰੇਕ ਹੀ ਕੋਈ ਬੋਲ ਕੇ ਤੇ ਸਿੱਖਾਂ ਨੂੰ ਚੜਾਉਂਦਾ ਰਹੇਗਾ, ਇਹ ਗੱਲ ਬਰਦਾਸ਼ਤ ਨਹੀਂ। ਸਿੱਖ ਕਿਸੇ ਦੇ ਧਰਮ ਦੇ ਵਿੱਚ ਦਖਲ ਨਹੀਂ ਦਿੰਦਾ। ਸਿੱਖ ਨੇ ਕਦੇ ਕਿਹਾ ਕਿ ਅਸੀਂ ਹਿੰਦੂ ਵੜ ਦਿਆਂਗੇ, ਜਾਂ ਅਸੀਂ ਫਲਾਨਾ ਕਰ ਦਿਆਂਗੇ, ਜਾਂ ਅਸੀਂ ਮੰਦਰ ਢਾਹ ਦਿਆਂਗੇ? ਕਦੇ ਕਿਹਾ ਕਿਸੇ ਸਿੱਖ ਨੇ? ਜੇ ਕਿਸੇ ਨੇ ਕਿਹਾ ਉਹ ਕੋਈ ਸ਼ਰਾਰਤੀ ਹੋਊਗਾ, ਅਸੀਂ ਉਹਦੇ ਨਾਲ ਸਹਿਮਤ ਨਹੀਂ ਹੈਗੇ, ਕਿਉਂਕਿ ਗੁਰੂ ਸਾਹਿਬ ਨੇ ਸਾਨੂੰ ਸਤਿਕਾਰ ਕਰਨਾ ਸਿਖਾਇਆ। ਸੋ ਇਹੋ ਹੀ ਗੱਲ ਨੂੰ ਲੈ ਕੇ ਇਹ ਜਥੇਦਾਰ ਸਾਹਿਬ ਕਹਿੰਦੇ ਆ, ਜਦੋਂ ਸਿੱਖ ਇਸ ਗੱਲ ਲਈ ਕਹਿੰਦੇ ਹੁੰਦੇ ਆ ਦਖਲ ਨਹੀਂ ਦਿੰਦਾ, ਸਿੱਖ ਐਸੀ ਮਾੜੀ ਭਾਸ਼ਾ ਨਹੀਂ ਵਰਤਦਾ, ਤੇ ਸਿੱਖਾਂ ਦੇ ਲਈ ਦੋ ਕਾਨੂੰਨ ਕਿਉਂ ਨੇ? ਸਿੱਖਾਂ ਦੇ ਮਾਮਲੇ 'ਚ ਤਾਂ ਫਾਂਸੀ ਚੜਾ ਦਿੱਤਾ ਜਾਂਦਾ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ, ਤੇ ਜਿਹੜੇ ਹਜ਼ਾਰਾਂ ਸਿੱਖਾਂ ਦਾ ਕਤਲ ਹੋਇਆ, ਉਹ ਅੱਜ ਕੱਲ ਫੇਰ ਬਾਹਰ ਦੰਦਰਾਂ ਦੇ ਤੁਰੇ ਫਿਰਦੇ ਆ। ਜਥੇਦਾਰ ਸਾਹਿਬ ਦੀ ਇਹ ਗੱਲ ਨੂੰ ਸੁਣਨਾ ਪਏਗਾ। ਉਹਨਾਂ ਨੇ ਕਿਹਾ ਕਿ ਦੋ ਕਾਨੂੰਨ ਨੇ, ਠੀਕ ਉਹੀ ਗੱਲ ਉਹਨਾਂ ਨੇ ਕੀਤੀ ਆ। ਚਲੋ ਮੈਂ ਗਰੇਵਾਲ ਸਾਹਿਬ ਵਾਪਸ ਆ ਜਾਊਂਗਾ ਤੁਹਾਡੇ ਕੋਲ। ਗਰੇਵਾਲ ਸਾਹਿਬ ਵਾਪਸ ਆ ਜਾਊਂਗਾ ਤਲਵਿੰਦਰ ਬੁੱਟਰ, ਮੈਂ ਤੁਹਾਡੇ ਕੋਲ ਆ ਰਿਹਾ, ਇੱਕ ਬ੍ਰੇਕ ਲੈ ਕੇ ਵਾਪਸ ਆ ਰਿਹਾ। ਤੇ ਇਹ ਮੁੱਦਾ ਬੜਾ ਗੰਭੀਰ ਹੈਗਾ ਤੇ ਸੰਜੀਦਗੀ ਨਾਲ ਸੋਚਣ ਦੀ ਜ਼ਰੂਰਤ ਹੈ ਕੀ ਹੈ। ਪਰ ਸਵਾਲ ਇਹ ਹੈਗਾ ਕਿ ਜਦੋਂ ਗਰੇਵਾਲ ਸਾਹਿਬ ਇਹ ਗੱਲ ਕਹਿੰਦੇ ਆ ਕਿ ਸਰਕਾਰਾਂ ਨੂੰ ਸੁਣਨਾ ਪਊਗਾ, ਜਥੇਦਾਰ ਸਾਹਿਬ ਦੀ ਇਹ ਸਿਸਟਮ ਕਿੰਨੀ ਸੁਣੇਗਾ ਤੇ ਉਹਦਾ ਜਵਾਬ ਕੀ ਦਿੱਤਾ ਜਾਊਗਾ, ਉਹਦੇ ਲਈ ਐਕਸ਼ਨ ਕੀ ਕੀਤਾ ਜਾਊਗਾ, ਸਵਾਲ ਇਹੀ ਹੈ। ਵਾਪਸ ਆ ਰਹੇ। ਸ਼ਰੇਆਮ ਕਿਧਰੇ ਸਿੱਖਾਂ ਦੀ ਨਸਲਕੁਸ਼ੀ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ, ਕਿਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਉੱਤੇ ਹਮਲਾ ਕਰਨ ਦੀਆਂ ਜਿਹੜੀਆਂ ਨੇ ਗੱਲਾਂ ਕੀਤੀਆਂ ਜਾ ਰਹੀਆਂ ਨੇ। ਸਰਕਾਰ ਜਿਹੜੀ ਹੈ ਉਹ ਮੂਕ ਦਰਸ਼ਕ ਬਣੀ ਹੋਈ। ਜੇ ਇਸ ਮੁਲਕ ਦੇ ਵਿੱਚ ਹਿੰਦੂ ਰਾਸ਼ਟਰ ਦੇ ਦਾਅਵੇ ਕਰਨੇ ਜਾਂ ਹਿੰਦੂ ਰਾਸ਼ਟਰ ਦੀਆਂ ਗੱਲਾਂ ਕਰਨੀਆਂ ਗਲਤ ਨਹੀਂ ਹੈ, ਤਾਂ ਫਿਰ ਸਿੱਖ ਰਾਸ਼ਟਰ ਦੀਆਂ ਗੱਲਾਂ ਕਰਨ ਵਾਲੇ ਜਿਹੜੇ ਆ ਉਹ ਗਲਤ ਕਿਵੇਂ ਹੋ ਸਕਦੇ? ਜਥੇਦਾਰ ਦੀ ਚਿੰਤਾ ਦਾ ਕੇਂਦਰ ਕੀ ਹੈਗਾ? ਅਸੀਂ ਇਸੇ ਮੁੱਦੇ ਚਰਚਾ ਕਰ ਰਹੇ ਹਾਂ। ਤਲਵਿੰਦਰ ਸਿੰਘ ਬੁੱਟਰ ਵੀ ਸਾਡੇ ਨਾਲ ਹੈ। ਬੁੱਟਰ ਸਾਹਿਬ, ਜਥੇਦਾਰ ਸਾਹਿਬ ਨੇ ਜਿਸ ਤਰੀਕੇ ਨਾਲ ਇਹ ਸਭ ਕੁਝ ਬਿਆਨ ਕੀਤਾ, ਜਥੇਦਾਰ ਸਾਹਿਬ ਦੇ ਬਿਆਨ ਦੇ ਉੱਤੇ ਕੋਈ ਸ਼ੱਕ ਨਹੀਂ ਹੈਗਾ, ਪਰ ਜਥੇਦਾਰ ਸਾਹਿਬ ਨੂੰ ਹਰ ਇਸ ਮੁੱਦੇ ਨੂੰ ਇਸ ਤਰੀਕੇ ਨਾਲ ਪਰਿਭਾਸ਼ਿਤ ਕਰਨ ਦੀ ਜ਼ਰੂਰਤ ਕਿਉਂ ਪੈ ਰਹੀ ਹੈ? ਮੇਰਾ ਸਵਾਲ ਇਹ ਹੈ ਮਿਸਟਰ ਬੁੱਟਰ। ਦੇਖੋ ਜੀ, ਜਿਹੜੀ ਤੁਸੀਂ ਗੱਲ ਕੀਤੀ ਹੈ ਕਿ
ਜਥੇਦਾਰ ਸਾਹਿਬ ਨੂੰ ਇੱਕ ਆਮ ਜਿਹਾ ਬੰਦਾ, ਮੈਂ ਸਮਝਦਾ ਕਿ ਉਸ ਬੰਦੇ ਦੀ ਕੋਈ ਵਕਤ ਨਹੀਂ ਜਿਸ ਬੰਦੇ ਦੇ ਕਾਰਨ ਪੰਜਾਬ ਦਾ ਇਹ ਹਾਲਾਤ ਖਰਾਬ ਹੋ ਰਹੇ ਆ। ਪਿਛਲੇ ਦਿਨਾਂ 'ਚ ਜਿਸ ਤਰ੍ਹਾਂ ਉਹਨੇ ਹਰਮੰਦਰ ਸਾਹਿਬ ਦੇ ਉੱਤੇ ਅਟੈਕ ਕਰਨ ਦੀ ਧਮਕੀ ਦਿੱਤੀ ਆ, ਜਾਂ ਇੱਕ ਹੋਰ ਬੰਦੇ ਨੇ ਇਹ ਕਿਹਾ ਸੀਗਾ ਪਿਛਲੇ ਦਿਨਾਂ 'ਚ ਕਿ ਜਿਹੜਾ ਅਸੀਂ ਸਿੱਖਾਂ ਨੂੰ ਘਰਾਂ 'ਚੋਂ ਕੱਢ ਮਾਰਾਂਗੇ। ਜਿੱਥੋਂ ਤੱਕ ਗੱਲ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਪਦਵੀ ਜਿਹੜੀ ਆ, ਉਹ ਸਿੱਖਾਂ ਦੇ ਵਿੱਚ ਇੱਕ ਸਰਮੌਰ ਜਰਨੈਲ ਦੀ ਪਦਵੀ ਆ। ਤਾਂ ਇਹ ਗੱਲ ਵੇਖਣ ਦੀ ਲੋੜ ਆ ਕਿ ਉਹ ਇੱਕ ਨਿਰੋਲ ਧਾਰਮਿਕ ਨਹੀਂ, ਉਹ ਸਿੱਖਾਂ ਦੀ ਰਾਜਨੀਤਿਕ ਵੀ ਸਰਵਉੱਚ ਪਦਵੀ ਆ। ਸੋ ਜਦੋਂ ਗੱਲ ਸਿੱਖਾਂ ਦੀ ਅਣਖ ਤੇ ਆਵੇ, ਜਦੋਂ ਸਿੱਖਾਂ ਦੀ ਹੋਂਦ ਤੇ ਆਵੇ, ਜਾਂ ਸਿੱਖਾਂ ਦੀ ਆਸਥਾ ਦੇ ਸਰਵਉੱਚ ਕੇਂਦਰ ਤੇ ਆਵੇ, ਤਾਂ ਫਿਰ ਅਕਾਲ ਤਖਤ ਸਾਹਿਬ ਦਾ ਜਥੇਦਾਰ ਨਹੀਂ ਬੋਲੇਗਾ ਤੇ ਫਿਰ ਕੌਣ ਬੋਲੇਗਾ? ਇੱਕ ਦੁੱਕੀ ਦਾ ਬੰਦਾ ਇੱਕ ਸੋਸ਼ਲ ਮੀਡੀਆ ਦੇ ਪਲੇਟਫਾਰਮ ਤੇ ਆ ਕੇ ਹਰਮੰਦਰ ਸਾਹਿਬ ਤੇ ਹਮਲਾ ਕਰਨ ਦੀ ਧਮਕੀ ਦੇਵੇ, ਇੱਕ ਦੁੱਕੀ ਦਾ ਬੰਦਾ ਜਿਹੜਾ ਆ ਉਹ ਸਮਾਜ ਦੇ ਵਿੱਚ ਦੋ ਫਿਰਕਿਆਂ ਦੇ ਵਿੱਚ ਤਣਾਅ ਪੈਦਾ ਕਰਨ ਲਈ ਜਿਹੜਾ ਇਹ ਗੱਲ ਕਹੇ ਕਿ ਅਸੀਂ ਸਿੱਖਾਂ ਨੂੰ ਘਰਾਂ ਚੋਂ ਕੱਢ ਕੇ ਕੁੱਟਾਂਗੇ, ਤੇ ਜੇ ਫਿਰ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਨਾ ਬੋਲੇਗਾ ਤੇ ਫਿਰ ਕੌਣ ਬੋਲੇਗਾ? ਨਹੀਂ ਬੁੱਟਰ ਸਾਹਿਬ ਮੈਨੂੰ ਇੱਕ ਚੀਜ਼ ਸਮਝਾਓ ਬੁੱਟਰ ਸਾਹਿਬ, ਜੇ ਜਥੇਦਾਰ ਸਾਹਿਬ ਨੂੰ ਬੋਲਣਾ ਪੈ ਰਿਹਾ ਤੁਹਾਨੂੰ ਲੱਗਦਾ ਕਿ ਉਹ ਕੌਮ ਦੇ ਹਿੱਤ ਵਿੱਚ ਉਹਨਾਂ ਨੂੰ ਬੋਲਣਾ ਹੀ ਚਾਹੀਦਾ, ਪਰ ਮੇਰਾ ਸਵਾਲ ਹੈ ਬੁੱਟਰ ਸਾਹਿਬ ਕਿ ਜਥੇਦਾਰ ਸਾਹਿਬ ਦੇ ਬਿਆਨ ਤੋਂ ਬਾਅਦ ਜਿਹੜਾ ਤਣਾਅ ਪੈਦਾ ਹੋਇਆ ਸੀ ਉਹ ਤਣਾਅ ਖਤਮ ਹੋ ਜਾਊਗਾ? ਦੋਨੋਂ ਕੌਮਾਂ ਜਿਹੜੀਆਂ, ਜੇ ਸਰਬੱਤ ਦੇ ਭਲੇ ਦੀ ਅਸੀਂ ਗੱਲ ਕਰਦੇ ਹਾਂ, ਦੋਨੋਂ ਕੌਮਾਂ ਜਾਂ ਦੋਨੋਂ ਭਾਈਚਾਰੇ ਜਥੇਦਾਰ ਸਾਹਿਬ ਨੂੰ ਸੁਣਨਗੇ ਤੁਹਾਨੂੰ ਲੱਗਦਾ ਮਿਸਟਰ ਬੁੱਟਰ? ਨਹੀਂ ਵੇਖੋ ਕੇਪੀ ਜੀ, ਇਹ ਮੇਰੇ ਖਿਆਲ 'ਚ ਇਹ ਸਵਾਲ ਸਾਨੂੰ ਜਿਹੜਾ ਆ ਉਹ ਉਸ ਬੰਦੇ ਨੇ ਅੱਗੇ ਕਰਨਾ ਚਾਹੀਦਾ ਸੀਗਾ ਜਿਹੜੇ ਬੰਦੇ ਦੇ ਕਾਰਨ ਸਮਾਜ ਦੇ ਦੋ ਫਿਰਕਿਆਂ ਦੇ ਵਿੱਚ ਤਣਾਅ ਪੈਦਾ ਹੋ ਰਿਹਾ। ਹੁਣ ਜਥੇਦਾਰ ਦਾ ਬਿਆਨ ਕਿਉਂ ਅਹਿਮੀਅਤ ਰੱਖਦਾ? ਮੈਂ ਪਿਛੋਕੜ 'ਚ ਦੱਸ ਦਵਾਂ, ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਭੂਮਿਕਾ ਇੰਨੀ ਸਰਵ ਵਿਆਪੀ ਆ ਕਿ ਜਦੋਂ ਕਸੂਰ ਦੇ ਵਿੱਚੋਂ ਇੱਕ ਬ੍ਰਾਹਮਣ ਦੀ ਪਤਨੀ ਨੂੰ ਛਡਾਉਣ ਦੇ ਲਈ ਉਹ ਬ੍ਰਾਹਮਣ ਜਿਹੜਾ ਵਾ ਮੁਗਲਾਂ ਕੋਲੋਂ ਛਡਾਉਣ ਲਈ ਅਕਾਲ ਤਖਤ ਸਾਹਿਬ ਤੇ ਆ ਕੇ ਫਰਿਆਦ ਲੈ ਕੇ ਆਇਆ ਸੀ, ਤੇ ਸਿੱਖਾਂ ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਉਸ ਵੇਲੇ ਉਹ ਕਸੂਰ ਦੇ ਬ੍ਰਾਹਮਣ ਦੀ ਪਤਨੀ ਨੂੰ ਛਡਾਉਣ ਲਈ ਭੇਜਿਆ ਸੀ, ਜਿਹਦੇ ਕਰਕੇ ਇੱਕ ਬ੍ਰਾਹਮਣ ਦੀ ਪਤਨੀ ਨੂੰ ਛਡਾਉਣ ਲਈ ਸਿੱਖਾਂ ਨੂੰ ਅਨੇਕਾਂ ਸਿੰਘਾਂ ਦਾ ਖੂਨ ਢਲਾਉਣਾ ਪਿਆ ਸੀਗਾ। ਕਹਿੰਦਾ ਭਾਵ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਭੂਮਿਕਾ ਜਿਹੜੀ ਆ ਉਹ ਬੜੀ ਸਰਵ ਵਿਆਪੀ ਆ। ਜੇ ਅਸੀਂ ਕਹੀਏ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਇਸ ਸਟੇਟਮੈਂਟ ਦੇ ਨਾਲ ਤੁਸੀਂ ਇਹੀ ਕਹਿਣਾ ਚਾਹੁੰਦੇ ਹੋ ਕਿ ਇਸ ਸਟੇਟਮੈਂਟ ਦੇ ਨਾਲ ਕੀ ਫਰਕ ਪਿਆ? ਫਰਕ ਕਿਉਂ ਨਹੀਂ ਪਏਗਾ? ਇੱਕ ਕੌਮ ਨੂੰ ਇੱਕ ਮਨੁੱਖ ਦੇ ਕਾਰਨ ਆਪਣੇ ਰੱਖਿਆਤਮਕ ਰੂਪ ਦੇ ਵਿੱਚ, ਰੱਖਿਆਤਮਕ ਪੋਜੀਸ਼ਨ ਦੇ ਵਿੱਚ ਆਉਣਾ ਪੈ ਰਿਹਾ। ਜੇ ਉਹ ਜਥੇਦਾਰ ਕੌਮ ਦਾ ਇੱਕ ਬਿਆਨ ਦਿੰਦਾ ਤਾਂ ਉਹ ਉਸ ਕੌਮ ਦੇ ਵਿੱਚ ਇੱਕ ਜਜ਼ਬਾ ਪੈਦਾ ਹੁੰਦਾ, ਇੱਕ ਉਹਦੇ ਵਿੱਚ ਸੁਰੱਖਿਆਤਮਕ ਜਿਹੜਾ ਭਾਵਨਾ ਉਹ ਪ੍ਰਸਾਰਿਤ ਹੁੰਦੀ ਆ। ਸੋ ਅਕਾਲ ਤਖਤ ਦੇ ਜਥੇਦਾਰ, ਮੈਂ ਸਮਝਦਾ ਕਿ ਅਕਾਲ ਤਖਤ ਦੇ ਜਥੇਦਾਰ ਦੀ ਜਿਹੜਾ ਬਿਆਨ ਆ ਉਹ ਇੱਕ ਬੜਾ ਹੀ ਜਿਹੜਾ ਸੁਲਝਿਆ ਹੋਇਆ ਔਰ ਬੜੀ ਹੀ ਉੱਚ ਦ੍ਰਿਸ਼ਟੀ ਦਾ ਬਿਆਨ ਆ, ਉਹਦੇ ਵਿੱਚ ਕੋਈ ਭੜਕਾਟ ਨਹੀਂ ਆ। ਜੇ ਕੇਪੀ ਜੀ ਆਪਾਂ ਸਵਾਲ ਕਰਨਾ, ਮੇਰੇ ਖਿਆਲ 'ਚ ਸਵਾਲ ਤੇ ਆਪਾਂ ਨੂੰ ਉਹਨਾਂ ਲੋਕਾਂ ਨੂੰ ਕਰਨਾ ਚਾਹੀਦਾ ਸੀ ਜਿਨ੍ਹਾਂ ਕਰਕੇ ਦੋ ਫਿਰਕਿਆਂ ਦੇ ਵਿੱਚ ਤਣਾਅ ਪੈਦਾ ਹੋ ਰਿਹਾ। ਜੇ ਅਸੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਗੱਲ ਕਰ ਰਹੇ ਹਾਂ, ਆਪਣੇ ਘਰ ਤੋਂ ਅਸੀਂ ਇੱਕ ਆਮ ਜੀ ਉਦਾਹਰਨ ਲੈ ਲਓ, ਕਿਸੇ ਦੇ ਘਰ ਦੇ ਉੱਤੇ ਕੋਈ ਹਮਲਾ ਕਰਨ ਆਇਆ ਹੋਵੇ, ਜੇ ਉਹ ਘਰ ਦਾ ਮੁਖੀ ਆ ਕੇ ਜਿਹੜੇ ਘਰ ਦੇ ਬਾਕੀ ਜੀਆਂ ਦੀ ਸੁਰੱਖਿਆ ਦੇ ਲਈ ਅੱਗੇ ਨਹੀਂ ਆਊਗਾ ਤੇ ਫਿਰ ਕੌਣ ਆਊਗਾ? ਇਸ ਕਰਕੇ ਮੇਰੇ ਖਿਆਲ 'ਚ ਇਹ ਸਵਾਲ ਮੈਨੂੰ ਲੱਗਦਾ ਜਾਇਜ਼ ਨਹੀਂ ਹੈਗਾ ਕਿ ਅਸੀਂ ਇਹ ਸੋਚੀਏ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਨਾਲ ਬਿਆਨ ਨਾਲ ਕੋਈ ਤਣਾਅ ਘਟੇਗਾ ਨਹੀਂ। ਜੇ ਘਟੇਗਾ ਨਹੀਂ ਤੇ ਫਿਰ ਜੇ ਅਕਾਲ ਤਖਤ ਸਾਹਿਬ ਦਾ ਜਥੇਦਾਰ ਬਿਆਨ ਨਹੀਂ ਦਿੰਦਾ ਤਾਂ ਕਿਹੜਾ ਘਟ ਜਾਏਗਾ? ਨਹੀਂ ਫਿਰ ਬੁੱਟਰ ਸਾਹਿਬ ਫਿਰ ਇਸ ਬਿਆਨ ਤੇ ਚਰਚਾ ਹੋਣੀ ਨਹੀਂ ਚਾਹੀਦੀ ਮੈਨੂੰ ਲੱਗਦਾ। ਫਿਰ ਤੁਸੀਂ ਕਹਿ ਰਹੇ ਹੋ ਠੀਕ ਹੈ, ਜਥੇਦਾਰ ਸਾਹਿਬ ਨੇ ਜੋ ਕਿਹਾ ਉਹਦੇ ਨਾਲ ਕੌਮ ਨੂੰ ਸੁਰੱਖਿਆ ਦੀ ਇੱਕ ਭਾਵਨਾ ਜਾਗਦੀ ਹੈ ਤੇ ਠੀਕ ਹੈ, ਜਥੇਦਾਰ ਸਾਹਿਬ ਨੇ ਕਹਿਤਾ, ਫਿਰ ਆਪਾਂ ਨੂੰ ਇੱਥੇ ਚਰਚਾ ਕਰਨ ਦੀ ਜ਼ਰੂਰਤ ਨਹੀਂ ਹੈਗੀ ਮੈਨੂੰ ਲੱਗਦਾ। ਬੁੱਟਰ ਸਾਹਿਬ ਤੁਸੀਂ ਇਹ ਕਹਿਣਾ ਚਾਹ ਰਹੇ ਹੋ? ਕੇਪੀ ਜੀ ਅਸੀਂ ਚਰਚਾ ਕਰ ਰਹੇ ਹਾਂ ਕਿ ਪੱਤਰਕਾਰ ਹੋਣ ਦੇ ਨਾਤੇ, ਸਮਾਜ ਦੇ ਇੱਕ ਸਾਂਝੇ ਨਾਗਰਿਕ ਹੋਣ ਦੇ ਨਾਤੇ, ਕਿਉਂਕਿ ਸਾਡੀ ਜਰਨਲਿਜ਼ਮ ਦਾ ਜਿਹੜਾ ਪੇਸ਼ਾ ਹੈ ਬੜੀ ਜ਼ਿੰਮੇਵਾਰੀ ਵਾਲਾ, ਬੜਾ ਨਿਰਪੱਖ ਆ। ਅਸੀਂ ਕਿਸੇ ਫਿਰਕੇ ਦੀਆਂ ਭਾਵਨਾ ਦੇ ਮੁਤਾਬਕ ਉਲਾਰ ਹੋ ਕੇ ਨਹੀਂ ਗੱਲ ਕਰ ਰਹੇ, ਨਿਰਪੱਖ ਗੱਲ ਕਰੀਏ। ਤੁਸੀਂ ਇੱਕ ਗੱਲ ਸੋਚੋ, ਸਿੱਖਾਂ, ਮੈਂ ਪਿਛਲੇ ਦਿਨਾਂ ਤੋਂ ਕਾਫੀ ਦਿਨਾਂ ਤੋਂ ਇਹ ਗੱਲ ਨੂੰ ਵਾਚ ਕਰ ਰਿਹਾ, ਠੀਕ ਆ, ਜੇ ਕੋਈ ਹਿੰਦੂ ਰਾਸ਼ਟਰ ਮੰਗ ਰਿਹਾ, ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਇਸ ਗੱਲ ਨਾਲ ਹੋਰ ਗੱਲਾਂ ਨਾਲ ਹੋ ਸਕਦਾ ਮੈਂ ਸਹਿਮਤ ਨਾ ਹੋਵਾਂ, ਪਰ ਇਹ ਗੱਲ ਮੈਨੂੰ ਬਿਲਕੁਲ ਨਪੀ ਤੁਲੀ ਔਰ ਸੰਤੁਲਿਤ ਲੱਗਦੀ ਹੈ ਕਿ ਜੇ ਕੋਈ ਹਿੰਦੂ ਰਾਸ਼ਟਰ ਮੰਗਦਾ ਤਾਂ ਉਸ ਦੇ ਉੱਤੇ ਕੋਈ ਪਰਚਾ ਨਹੀਂ ਹੁੰਦਾ। ਜੇ ਕੋਈ ਹਿੰਦੂ ਰਾਸ਼ਟਰ ਮੰਗਦਾ ਕੋਈ ਦੂਜੇ ਫਿਰਕੇ ਵਾਲਾ ਉਹਦਾ ਵਿਰੋਧ ਨਹੀਂ ਕਰਦਾ। ਤੇ ਜੇ ਕੋਈ ਸਿੱਖ ਰਾਜ ਦੀ ਜਾਂ ਸਿੱਖਾਂ ਦੀ ਆਪਣੀ ਜਿਹੜੀ ਵਿਰਾਸਤ ਹੈ, ਕੌਮੀ ਰਾਜ ਦੀ ਇੱਕ ਲੰਬੀ ਵਿਰਾਸਤ ਜਿਹੜੀ ਆ, ਬੜੀ ਮਾਣਮੱਤੀ ਵਿਰਾਸਤ ਆ, ਜੇ ਕੋਈ ਸਿੱਖ ਆਪਣੀ ਰਾਜ ਦੀ ਗੱਲ ਕਰਦਾ ਤਾਂ ਫਿਰ ਉਹ ਦੇਸ਼ ਧਰੋਹੀ ਜਾਂ ਉਹਦੇ ਚਲੋ ਬੁੱਟਰ ਸਾਹਿਬ ਤੁਸੀਂ ਜਿਹੜੀ ਗੱਲ ਕਰ ਰਹੇ ਹੋ, ਬੁੱਟਰ ਸਾਹਿਬ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਹਿੰਦੂ ਰਾਸ਼ਟਰ ਦੀ ਡਿਮਾਂਡ ਤੇ ਪਰਚਾ ਨਹੀਂ ਹੁੰਦਾ, ਸਿੱਖ ਰਾਸ਼ਟਰ ਦੀ ਡਿਮਾਂਡ ਤੇ ਪਰਚਾ ਹੋ ਜਾਂਦਾ ਹੈ, ਜਥੇਦਾਰ ਸਾਹਿਬ ਦੀ ਚਿੰਤਾ ਦਾ ਕੇਂਦਰ ਸਿਰਫ ਇਹੀ ਹੈ ਕਿ ਸਿੱਖ ਰਾਸ਼ਟਰ ਦਾ ਕੇਂਦਰ ਇਹ ਆ। ਮੈਂ ਸਮਝਦਾ ਕਿ ਚਿੰਤਾ ਦਾ ਕੇਂਦਰ ਇਹ ਆ
ਤੁਸੀਂ ਕਿਸੇ ਦੇਖੋ ਸਾਡੇ ਦੇਸ਼ ਦਾ ਸੰਵਿਧਾਨ ਜਿਹੜਾ ਆ ਉਹ ਬੜਾ ਹੀ ਨਿਰਪੱਖ ਸੰਵਿਧਾਨ ਆ। ਜੇਕਰ ਉਸ ਨੂੰ ਪੂਰੀ ਤਰ੍ਹਾਂ ਮੰਨਿਆ ਜਾਵੇ, ਸੰਵਿਧਾਨ ਦੇ ਮੁਤਾਬਕ ਕੋਈ ਮਨੁੱਖ ਆਜ਼ਾਦੀ ਦੀ ਮੰਗ ਕਰ ਸਕਦਾ ਲੋਕਤੰਤਰਿਕ ਤਰੀਕੇ ਦੇ ਨਾਲ, ਜਿਹਦੇ ਨਾਲ ਵਾਇਲੈਂਸ ਨਾ ਹੁੰਦੀ ਹੋਵੇ। ਔਰ ਜੇ ਕੋਈ ਸਿੱਖ ਰਾਸ਼ਟਰ ਦੀ ਮੰਗ ਕਰੇ ਜਾਂ ਹਿੰਦੂ ਰਾਸ਼ਟਰ ਦੀ ਮੰਗ ਕਰੇ, ਉਹਦੀ ਭਾਵਨਾ ਤੁਸੀਂ ਉਹਦੇ ਨਾਲ ਸਹਿਮਤ ਹੋਵੋ ਅਸਹਿਮਤ ਹੋਵੋ, ਉਹ ਤੁਹਾਡੀ ਮਰਜ਼ੀ ਆ। ਸਰਕਾਰ ਉਹਨੂੰ ਆਜ਼ਾਦੀ ਦੇਵੇ ਨਾ ਦੇਵੇ, ਉਹ ਸਰਕਾਰ ਦੇ ਉੱਤੇ ਨਿਰਭਰ ਆ। ਪਰ ਕਿਸੇ ਦੇ ਵਿਚਾਰ ਨੂੰ ਤੁਸੀਂ ਵਿਚਾਰ ਦੇ ਨਾਲ ਕੱਟੋ। ਜੇ ਮੈਂ ਮੂਲ ਰੂਪ 'ਚ ਵੇਖਿਆ ਜਾਵੇ, ਸ਼ਿਵ ਸੈਨਾ ਦੇ ਜਿਹੜੇ ਅਖੌਤੀ ਪੰਜਾਬ ਦੇ ਵਿੱਚ ਲੀਡਰ ਤੁਰੇ ਫਿਰਦੇ ਆ, ਇਹ ਨੁਕਤਾ ਖੁੰਦੇ ਆ ਖਾਲਿਸਤਾਨ ਦੇ ਉੱਤੇ। ਪਰ ਜੇ ਖਾਲਿਸਤਾਨ ਦੇ ਉੱਤੇ ਤੁਸੀਂ ਵਿਚਾਰ ਕਰਨੀ ਜੀ ਸਦਕੇ ਕਰੋ, ਤੁਸੀਂ ਖਾਲਿਸਤਾਨ ਦੇ ਵਿਚਾਰ ਨੂੰ ਕੰਡੈਮ ਕਰੋ। ਠੀਕ ਹੈ ਬੁੱਟਰ ਸਾਹਿਬ, ਮੈਂ ਬੁੱਟਰ ਸਾਹਿਬ ਵਾਪਸ ਆਊਂਗਾ। ਪਰ ਹਰਮੰਦਰ ਸਾਹਿਬ ਦੇ ਉੱਤੇ ਅਟੈਕ ਕਰਨਾ ਜਾਂ ਕਹਿ ਲਓ ਸਿੱਖਾਂ ਦੀ ਨਸਲਕੁਸ਼ੀ ਕਰਨਾ, ਉਹ ਗੱਲ ਦੱਸੋ ਕਿੰਨੀ ਕੁ ਸੰਤੁਲਿਤ ਗੱਲ ਹੈ। ਚਲੋ ਠੀਕ, ਮੈਂ ਵਾਪਸ ਆਊਂਗਾ ਬੁੱਟਰ ਸਾਹਿਬ। ਤੁਸੀਂ ਕਿਸੇ ਵਿਚਾਰ ਦੇ ਵਿਰੋਧੀ ਹੋ, ਤੁਹਾਨੂੰ ਜੀ ਸਦਕੇ ਅਧਿਕਾਰ ਹੈ। ਚਲੋ ਠੀਕ, ਕਿਸੇ ਦੇ ਵਿਚਾਰ ਦਾ ਨਹੀਂ ਤੁਸੀਂ ਠੀਕ ਕਹਿ ਰਹੇ ਹੋ। ਸਿੱਖਾਂ ਦੀ ਸਮੂਹਿਕ ਕੌਮ ਦੀ ਇੱਕ ਸਮੂਹਿਕ ਆਸਥਾ ਦੇ ਉੱਤੇ ਤੁਸੀਂ ਠੀਕ ਕਹਿ ਰਹੇ ਹੋ। ਵਿਚਾਰ ਨੂੰ ਵਿਚਾਰ ਨਾਲ ਹੀ ਬਚਣਾ ਚਾਹੀਦਾ ਹੈ। ਗਰੇਵਾਲ ਸਾਹਿਬ ਬਿਲਕੁਲ ਠੀਕ ਹੈ, ਮੈਂ ਵਾਪਸ ਆ ਰਿਹਾ ਤੁਹਾਡੇ। ਗਰੇਵਾਲ ਸਾਹਿਬ, ਸਵਾਲ ਇਹ ਹੈ ਕਿ ਜਥੇਦਾਰ ਸਾਹਿਬ ਨੇ ਜੋ ਕਿਹਾ, ਸ਼੍ਰੋਮਣੀ ਕਮੇਟੀ ਇਸ ਜਿਹੜੇ ਜਥੇਦਾਰ ਦੇ ਸੰਬੋਧਨ ਤੋਂ ਕੀ ਸੇਧ ਲਊਗੀ, ਕੀ ਕਰੂਗੀ, ਤੁਹਾਡਾ ਐਕਸ਼ਨ ਪਲਾਨ ਕੀ ਹੈ? ਦੇਖੋ ਜੀ, ਅਸੀਂ ਤਾਂ ਜਥੇਦਾਰ ਸਾਹਿਬ ਨੇ ਜਿਹੜਾ ਸਾਨੂੰ ਮਾਰਗਦਰਸ਼ਨ ਦੇਣਾ ਹੈ, ਦਿਸ਼ਾ ਨਿਰਦੇਸ਼ ਦੇਣਾ, ਉਹਦੇ ਤਹਿਤ ਕਰਨਾ। ਇਹ ਦਿਸ਼ਾ ਨਿਰਦੇਸ਼ ਕੋਈ ਇਹ ਨਹੀਂ ਹੈਗਾ ਕਿ ਕੋਈ ਨਵਾਂ ਵਾ। ਹੁਣ ਜਿਹੜੀ ਤੁਸੀਂ ਬਿਆਨ ਦੀ ਗੱਲ ਕਰ ਰਹੇ ਸੀ, ਜਥੇਦਾਰ ਸਾਹਿਬ ਦੇ ਬਿਆਨ ਦੀ, ਜਥੇਦਾਰ ਸਾਹਿਬ ਦਾ ਬਿਆਨ ਉਦੋਂ ਆਉਂਦਾ ਜਦੋਂ ਸਰਕਾਰਾਂ ਇਹ ਸਾਰਾ ਵਰਤਾਰਾ ਵਰਤਣ ਤੇ ਸਰਕਾਰਾਂ ਚੁੱਪ ਰਹਿੰਦੀਆਂ ਨੇ। ਇਹ ਬੜਾ ਵੱਡਾ ਇੱਕ ਸਵਾਲ ਹੈ ਕਿ ਸਰਕਾਰਾਂ ਇਹ ਸਾਰਾ ਕੁਝ ਦੇਖਦੀਆਂ ਨੇ, ਦੇਖਣ ਤੋਂ ਬਾਅਦ ਘਟਨਾ ਵਾਪਰਨ ਦੀ ਉਡੀਕ ਕਰਦੀਆਂ ਨੇ, ਤੇ ਜਦੋਂ ਘਟਨਾ ਵਾਪਰ ਜਾਂਦੀ ਆ ਉਦੋਂ ਸਿੱਖ ਜਿਹੜੇ ਅੱਤਵਾਦੀ ਨੇ, ਸਿੱਖ ਵੱਖਵਾਦੀ ਨੇ, ਸਿੱਖ ਇਹ ਕਰਨਾ ਚਾਹੁੰਦੇ ਨੇ। ਇਹ ਸਾਰਾ ਕੁਝ ਇੱਕ ਛੜਯੰਤਰ ਦਾ ਹਿੱਸਾ ਦਿਖਾਈ ਦੇ ਰਿਹਾ ਸਾਨੂੰ। ਜਥੇਦਾਰ ਸਾਹਿਬ ਦਾ ਖਦਸ਼ਾ ਇਹ ਆ, ਤੁਸੀਂ ਦੱਸੋ ਕਿ ਜਥੇਦਾਰ ਸਾਹਿਬ ਸਿੱਖਾਂ ਦੇ ਸਰਮੌਰ ਨੇ ਨਾ ਜੀ, ਤੇ ਉਹਨਾਂ ਨੇ ਜਿਹੜਾ ਜਾਰੀ ਕੀਤਾ ਆਪਣਾ, ਜਿਹੜਾ ਉਹਨਾਂ ਨੇ ਜਾਣਕਾਰੀ ਦਿੱਤੀ ਆ, ਉਹਦੇ ਚ ਸਪਸ਼ਟ ਸ਼ਬਦਾਂ ਵਿੱਚ ਲਿਖਿਆ, ਸਪਸ਼ਟ, ਇਹ ਸਾਰਿਆਂ ਨੂੰ ਸੁਣ ਲੈਣਾ ਚਾਹੀਦਾ ਤੇ ਖਾਸ ਤੌਰ ਤੇ ਸੁਣਨਾ ਚਾਹੀਦਾ ਜਿਹੜੇ ਸਾਡੇ ਦੇਸ਼ ਦੇ ਜਿਹੜੇ ਆਗੂ ਨੇ। ਉਹਨਾਂ ਨੇ ਕਿਹਾ ਕਿ ਅਸੀਂ ਅਮਨ ਭਾਈਚਾਰੇ ਸਦਭਾਵਨਾ ਨਾਲ ਰਹਿਣਾ ਚਾਹੁੰਦੇ ਹਾਂ, ਭੰਗ ਨਹੀਂ ਕਰਨਾ ਚਾਹੁੰਦੇ। ਹੁਣ ਜਥੇਦਾਰ ਸਾਹਿਬ ਦੀ ਇਹ ਗੱਲ ਤੋਂ ਵਿੱਚੋਂ ਤੁਸੀਂ ਕੀ ਅਰਥ ਕੱਢੋਗੇ? ਉਹਨਾਂ ਨੇ ਕਿਹਾ ਕਿ ਅਸੀਂ ਸ਼ਾਂਤੀ ਨਾਲ ਰਹਿਣਾ ਚਾਹੁੰਦੇ ਹਾਂ, ਪਰ ਸ਼ਾਂਤੀ ਨਾਲ ਰਹਿਣ ਦਿਓ। ਇੱਥੇ ਹਿੰਦੁਸਤਾਨ ਵਿੱਚ ਕੀ ਹੋ ਰਿਹਾ, ਇੱਥੇ ਮਸਲਾ ਖੜਾ ਕੀਤਾ ਜਾਂਦਾ, ਉਹਨੂੰ ਭੜਕਾਉਣ ਦੇ ਵਿੱਚ ਕਹਿੰਦੇ ਹੁੰਦੇ ਆ ਹਵਾ ਦਿੱਤੀ ਜਾਂਦੀ ਆ, ਉਸ ਤੋਂ ਬਾਅਦ ਉਹਦੇ ਤੇ ਕੰਟਰੋਲ ਫੇਰ ਨਹੀਂ ਕੀਤਾ ਜਾਂਦਾ। ਫੇਰ ਉਹਨਾਂ ਲੋਕਾਂ ਦੀ ਖੈਰ ਖਵਾਈ ਪੁਸ਼ਤ ਬਣਾਈ ਕੀਤੀ ਜਾਂਦੀ ਆ ਜਿਹੜੇ ਲੋਕ ਘੱਟ ਗਿਣਤੀ ਦੇ ਖਿਲਾਫ ਨੇ, ਸਿੱਖਾਂ ਦੇ ਖਿਲਾਫ ਨੇ। ਉਹਨਾਂ ਨੂੰ ਬਚਾਇਆ ਜਾਂਦਾ, ਉਹਨਾਂ ਦੇ ਇੱਕ ਲਿਟਰ ਪਰਚਾ ਦਰਜ ਕਰਕੇ ਉਹਨਾਂ ਨੂੰ ਦੰਦਨਾਂ ਉਹਦੇ ਫਿਰਿਆ ਜਾਂਦਾ ਤਾਂ ਕਿ ਉਹਨਾਂ ਨੂੰ ਸੁਰੱਖਿਆ ਵਿੱਚ ਆ ਜਾਏ। ਚਲੋ ਮੈਂ ਹੋਰ ਥੋੜਾ ਬ੍ਰੇਕ ਲੈ ਲਵਾਂ, ਕਰਿਓ ਸਰ, ਵਾਪਸ ਆ ਜਾਊਂਗਾ ਤੁਹਾਡੇ ਕੋਲੇ। ਇਹ ਮੁੱਦਾ ਬੜਾ ਗੰਭੀਰ ਹੈਗਾ, ਬਹੁਤ ਸੰਜੀਦਗੀ ਨਾਲ ਇਸ ਨੂੰ ਸਮਝਣ ਦੀ ਜ਼ਰੂਰਤ ਹੈ। ਕੀ ਹੈ, ਜੇ ਅਸੀਂ ਬਿਨਾਂ ਗੱਲ ਤੋਂ ਹੀ ਭੜਕਾਊ ਸਵਾਲ ਜਵਾਬ ਕਰਾਂਗੇ ਤਾਂ ਸ਼ਾਇਦ ਇਸ ਮੁੱਦੇ ਦੀ ਸੰਜੀਦਗੀ ਨੂੰ ਅਸੀਂ ਆਪ ਹੀ ਆਊਟ ਕਰ ਲਵਾਂਗੇ। ਇਸ ਲਈ ਅੱਜ ਦਾ ਮੁੱਦਾ ਵਿੱਚ ਜਥੇਦਾਰ ਸਾਹਿਬ ਦੇ ਇਸ ਸੰਦੇਸ਼ ਦੇ ਵਿੱਚ, ਸੁਨੇਹੇ ਦੇ ਵਿੱਚ ਲੁਕਿਆ ਕੀ ਹੋਇਆ, ਕੇਂਦਰ ਕੀ ਹੈਗਾ, ਚਿੰਤਾ ਕੀ ਹੈਗੀ ਹੈ, ਉਸ ਨੂੰ ਸਮਝਣ ਦਾ ਅਸੀਂ ਯਤਨ ਕਰ ਰਹੇ ਹਾਂ ਤੇ ਵਾਪਸ ਆ ਰਹੇ ਹਾਂ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਮਿਸਟਰ ਬੁੱਟਰ, ਮੈਂ ਇੱਕ ਚੀਜ਼ ਜ਼ਰੂਰ ਸਮਝਣਾ ਚਾਹੁੰਦਾ, ਜਿਹੜੀ ਪੰਜਾਬ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਇੱਕ ਬਹਿਸ ਛਿੜੀ ਹੋਈ ਹੈ ਜਾਂ ਛੇੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਹੜਾ ਆਪਸੀ ਭਾਈਚਾਰਾ ਹੈਗਾ ਉਹਦੇ ਵਿੱਚ ਕੋਈ ਲਾਂਬੂ ਲਾਇਆ ਜਾਵੇ। ਜਦੋਂ ਇਹੋ ਜਿਹੀਆਂ ਬਹਿਸਾਂ ਚੱਲਦੀਆਂ ਹੋਣ ਤੇ ਉਦੋਂ ਜਥੇਦਾਰ ਸਾਹਿਬ ਦਾ ਬਿਆਨ ਆਵੇ, ਉਦੋਂ ਸਾਨੂੰ ਕਿਹੋ ਜਿਹੀ ਵਿਚਾਰ ਚਰਚਾ ਦੀ ਜ਼ਰੂਰਤ ਹੈਗੀ ਹੈ? ਮਿਸਟਰ ਬੁੱਟਰ ਦੇਖੋ ਕੇਪੀ ਜੀ, ਗੱਲ ਇਸ ਤਰ੍ਹਾਂ ਹੈ ਕਿ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਹਾਲਾਤ ਪਿਛਲੇ ਕੁਝ ਮਹੀਨਿਆਂ ਤੋਂ ਇੱਕ ਅਚੇਤ ਹੀ ਰੂਪ ਦੇ ਵਿੱਚ ਇੱਕ ਅਣਦਿਸਦੀ ਦਿਸ਼ਾ ਵੱਲ ਵਧ ਰਹੇ ਆ, ਔਰ ਇਸੇ ਇਹਨਾਂ ਹਾਲਾਤਾਂ ਦੌਰਾਨ ਹੀ ਪਿਛਲੇ ਦਿਨਾਂ 'ਚ ਜਿਸ ਤਰ੍ਹਾਂ ਕਤਲੋਗਾਰਦ ਹੋ ਰਹੀ ਆ ਔਰ ਜਿਸ ਤਰ੍ਹਾਂ ਦੀਆਂ ਨਫ਼ਰਤ ਭਰੀਆਂ ਜਿਹੜੇ ਪ੍ਰਚਾਰ ਹੋ ਰਿਹਾ ਇੱਕ ਦੂਜੇ ਦੇ ਖਿਲਾਫ, ਮੈਂ ਸਮਝਦਾ ਕਿ ਮੈਂ ਇਹ ਨਹੀਂ ਕਹਿੰਦਾ, ਮੈਂ ਇੱਕ ਪੱਤਰਕਾਰ ਹੋਣ ਦੇ ਨਾਤੇ ਇਹ ਵੀ ਬੜੀ ਜ਼ਿੰਮੇਵਾਰੀ ਨਾਲ ਕਹਿੰਦਾ ਕਿ ਇਕੱਲੇ ਹਿੰਦੂਆਂ ਵਿੱਚ ਵੀ ਨਹੀਂ, ਸਾਡੇ ਸਿੱਖਾਂ ਦੇ ਵਿੱਚ ਵੀ ਕੁਝ ਕੁ ਗਿਣਤੀ ਦੇ ਬੰਦੇ ਇਹੋ ਜਿਹੇ ਹੈਗੇ ਆ ਜਿਹੜੇ ਨਫ਼ਰਤ ਦਾ ਪ੍ਰਚਾਰ ਕਰਦੇ ਆ, ਜਿਹੜੇ ਧਾਰਮਿਕ ਪੱਧਰ ਤੇ ਦੇਖੋ ਰਾਜਨੀਤਿਕ ਵਿਚਾਰ ਰੱਖਣਾ ਹਰ ਬੰਦੇ ਨੂੰ ਸੁਤੰਤਰਤਾ,
ਪਰ ਕਿਸੇ ਦੀ ਧਾਰਮਿਕ ਆਸਥਾ ਦੇ ਉੱਤੇ, ਚਾਹੇ ਉਹ ਸਿੱਖ ਹੋਵੇ, ਚਾਹੇ ਮੁਸਲਮਾਨ ਹੋਵੇ, ਚਾਹੇ ਈਸਾਈ, ਚਾਹੇ ਹਿੰਦੂ ਹੋਵੇ, ਕੋਈ ਵੀ ਹੋਵੇ, ਕਿਸੇ ਨੂੰ ਵੀ ਇਸ ਤਰ੍ਹਾਂ ਦੇ ਵਿਚਾਰ ਜਿਹੜੇ ਨਹੀਂ ਦੇਣੇ ਚਾਹੀਦੇ। ਔਰ ਦੇਸ਼ ਦੀ ਜਿਹੜੀ ਲਾਅ ਐਂਡ ਆਰਡਰ ਦੀ ਵਿਵਸਥਾ ਆ, ਉਹਨੂੰ ਵੀ ਇਸ ਚੀਜ਼ ਤੇ ਨਜ਼ਰਸਾਨੀ ਰੱਖ ਕੇ ਇਹਦੀ ਸਮੀਖਿਆ ਕਰਕੇ ਇਹਦੇ ਬੰਦੋਬਸਤ ਕਰਨੇ ਚਾਹੀਦੇ ਕਿ ਪੰਜਾਬ ਦੇ ਹਾਲਾਤ ਕਿਸ ਦਿਸ਼ਾ ਵੱਲ ਵਧ ਰਹੇ। ਹੁਣ ਜੇ ਗੱਲ ਕਰੀਏ ਕਿ ਆਪਾਂ ਨੂੰ ਕਿਹੋ ਜਿਹੇ ਵਿਚਾਰ ਦੀ ਲੋੜ ਹੈ, ਬੜੀ ਬੜੀ ਗੰਭੀਰ ਸਥਿਤੀ ਹੈ ਪੰਜਾਬ ਦੇ ਵਿੱਚ। ਇਸ ਤਰ੍ਹਾਂ ਜਾਪ ਰਿਹਾ ਆ ਕਿ ਜਿਵੇਂ 80 ਦੇ ਦਹਾਕੇ ਦੇ ਦੌਰਾਨ ਜਿੱਦਾਂ ਦੇ ਹਾਲਾਤ, ਜਿੱਦਾਂ ਦੇ ਘਟਨਾਕ੍ਰਮ ਵਾਪਰੇ, ਉਸੇ ਤਰ੍ਹਾਂ ਦੇ ਘਟਨਾਕ੍ਰਮ ਦੁਹਰਾਏ ਜਾ ਰਹੇ ਆ। ਉਸ ਵੇਲੇ ਵੀ ਜਿਹੜਾ ਕਸ਼ਕੜਾ ਕਿਰਪਾਨ ਇਹਨੂੰ ਭੇਜੋ ਪਾਕਿਸਤਾਨ ਦੇ ਨਾਰੇ ਅੰਮ੍ਰਿਤਸਰ ਦੇ ਵਿੱਚ ਲਗਾਏ ਗਏ, ਜਦੋਂ ਸਿੱਖਾਂ ਨੇ ਮਹਿਜ਼ ਜਿਹੜਾ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦੀ ਮੰਗ ਕੀਤੀ ਸੀ। ਉਸ ਵੇਲੇ ਕਿਹਾ ਗਿਆ ਸ਼ਾਨ ਸੇ ਜੀਏਗੇ, ਸਿਗਰਟ ਬੀੜੀ ਪੀਏਗੇ। ਹਾਂਜੀ, ਉਸ ਵੇਲੇ ਹਰਮੰਦਰ ਸਾਹਿਬ ਦਾ ਜਿਹੜਾ ਉੱਥੇ ਰੇਲਵੇ ਸਟੇਸ਼ਨ ਦੇ ਉੱਤੇ ਮਾਡਲ ਸੀਗਾ ਅੰਮ੍ਰਿਤਸਰ, ਉਹ ਇੱਕ ਤਥਾਕਥਿਤ ਹਿੰਦੂ ਲੀਡਰ ਵੱਲੋਂ ਤੋੜਿਆ ਜਾਂਦਾ ਔਰ ਸ਼੍ਰੀ ਗੁਰੂ ਰਾਮਦਾਸ ਜੀ ਦੀ ਜਿਹੜੀ ਤਸਵੀਰ ਆ ਉਹਦੀ ਬੇਅਦਬੀ ਕੀਤੀ ਜਾਂਦੀ। ਇਸ ਵਿੱਚ ਉਸ ਵੇਲੇ ਜਿਸ ਤਰ੍ਹਾਂ ਮੰਦਰਾਂ ਦੇ ਵਿੱਚ ਗਊਆਂ ਦੀਆਂ ਪੂਛਾਂ ਸੁੱਟੀਆਂ ਗਈਆਂ ਤੇ ਗੁਰਦੁਆਰਿਆਂ ਦੇ ਵਿੱਚ ਬੀੜੀਆਂ ਸੁੱਟੀਆਂ ਗਈਆਂ, ਕਿਸ ਤਰ੍ਹਾਂ ਦੇ ਹਾਲਾਤ ਪੈਦਾ ਹੋਏ ਉਹ ਤੁਹਾਡੇ ਸਾਹਮਣੇ, ਉਹਨਾਂ ਦਾ ਨਤੀਜਾ ਕੀ ਨਿਕਲਿਆ। ਮੈਨੂੰ ਲੱਗਦਾ ਹਕੂਮਤਾਂ ਨੇ ਅਜੇ ਤੱਕ ਵੀ ਉਹਨਾਂ ਤੋਂ ਕੋਈ ਸਬਕ ਨਹੀਂ ਸਿੱਖਿਆ। ਇਸ ਤਰ੍ਹਾਂ ਦੇ ਤਜਰਬੇ ਜਿਹੜੇ ਆ, ਮੈਨੂੰ ਲੱਗਦਾ ਕਿ ਰਾਜਨੀਤਿਕ ਤਜਰਬੇ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ, ਕਿਸੇ ਫਿਰਕੂ ਧਰੁਵੀਕਰਨ ਦੀ, ਕਿਸੇ ਤਰ੍ਹਾਂ ਦੇ ਫਿਰਕੂ ਧਰੁਵੀਕਰਨ ਦੇ ਜਿਹੜੀ ਸਮੀਕਰਨ ਸਿਰਜਣ ਲਈ ਮੈਨੂੰ ਲੱਗਦਾ ਜਿਹੜੀਆਂ ਸਰਕਾਰਾਂ ਇਹੋ ਜਿਹੇ ਹਾਲਾਤ, ਇਹੋ ਜਿਹੇ ਤਜਰਬੇ ਕਰਦੀਆਂ ਜਿਹੜੇ ਅਖੀਰ 'ਚ ਜਾ ਕੇ ਪੂਰੇ ਦੇਸ਼ ਲਈ, ਸਮਾਜ ਲਈ ਜਾਂ ਸੂਬੇ ਦੇ ਲਈ ਬੜੇ ਖਤਰਨਾਕ ਨਤੀਜੇ ਲੈ ਕੇ ਆਉਂਦੇ। ਮੈਨੂੰ ਲੱਗਦਾ ਕਿ ਇਸ ਵੇਲੇ ਸਾਰਿਆਂ ਨੂੰ ਹੀ, ਸਰਕਾਰਾਂ ਨੂੰ, ਬੁੱਧੀਜੀਵੀਆਂ ਨੂੰ, ਧਾਰਮਿਕ, ਸਮਾਜਿਕ, ਸਾਰੇ ਤਰ੍ਹਾਂ ਦੇ ਸਮਾਜ ਦੇ ਵਰਗਾਂ ਨੂੰ ਇਸ ਤੇ ਗੰਭੀਰ ਮੰਥਨ ਦੀ ਲੋੜ ਆ। ਆਪਸੀ ਭਾਈਚਾਰੇ ਨੂੰ ਮਜ਼ਬੂਤ ਕਰਨ ਦੀ ਲੋੜ ਆ। ਆਪੋ ਆਪਣੇ ਧਰਮ ਦੀ ਗੱਲ ਕਰੋ, ਆਪਣੇ ਜਿਹੜੇ ਤੁਹਾਡੇ ਰਾਜਨੀਤਿਕ ਅਖਤਿਆਰ ਨੇ ਉਹਨਾਂ ਦੀ ਡਿਮਾਂਡ ਹਰ ਬੰਦਾ ਕਰੇ, ਪਰ ਜਿਸ ਤਰ੍ਹਾਂ ਫਿਰਕੂ ਇੱਕ ਦੂਜੇ ਤੇ ਜਿਹੜੀ ਫਿਰਕੂ ਨਸਲਕੁਸ਼ੀ ਵਰਗੀਆਂ ਜਿਹੜੇ ਬਿਆਨ ਦੇਣੇ, ਉਹਨਾਂ ਨੂੰ ਪ੍ਰਵੋਕ ਕਰਨਾ, ਉਹੋ ਜਿਹੀਆਂ ਬਿਆਨਬਾਜ਼ੀਆਂ ਮੈਨੂੰ ਲੱਗਦਾ ਕਿ ਪੰਜਾਬ ਨੂੰ ਇੱਕ ਅਣਦਿਸਦੀ ਦਿਸ਼ਾ ਵੱਲ ਲਿਜਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਠੀਕ ਹੈ ਗਰੇਵਾਲ ਸਾਹਿਬ, ਜਿਹੜਾ ਮਿਸਟਰ ਬੁੱਟਰ ਨੇ ਇੱਕ ਇਸ਼ਾਰਾ ਕੀਤਾ ਹੈਗਾ, ਮੈਂ ਉਸ ਇਸ਼ਾਰੇ ਤੋਂ ਥੋੜਾ ਜਿਹਾ ਅੱਗੇ ਸਮਝਣ ਦੀ ਕੋਸ਼ਿਸ਼ ਕਰ ਰਿਹਾ। ਗਰੇਵਾਲ ਸਾਹਿਬ, ਜਿਹੜਾ ਨੇ ਧਰੁਵੀਕਰਨ ਦਾ ਜ਼ਿਕਰ ਕੀਤਾ, ਮੈਂ ਉਸ ਤੋਂ ਅੱਗੇ ਸਮਝਣ ਦੀ ਕੋਸ਼ਿਸ਼ ਦੇ ਵਿੱਚ ਲੱਗਾ ਹੋਇਆ। ਗਰੇਵਾਲ ਸਾਹਿਬ, ਚਲੋ ਠੀਕ ਹੈ, ਜਥੇਦਾਰ ਸਾਹਿਬ ਚਿੰਤਤ ਹੈ, ਜਥੇਦਾਰ ਸਾਹਿਬ ਦੀ ਚਿੰਤਾ ਤੇ ਸੰਜੀਦਗੀ ਸਭ ਦਿਖਾਈ ਦੇ ਰਹੀਆਂ, ਪਰ ਸਵਾਲ ਹੈ ਜਿਹੜੀਆਂ ਸਿਆਸੀ ਧਿਰਾਂ ਹੈਗੀਆਂ ਉਹ ਇਸ ਬਿਆਨ ਨੂੰ ਆਪਦੇ ਤਰੀਕੇ ਨਾਲ ਵਰਤ ਲੈਣ, ਮੇਰਾ ਖਦਸ਼ਾ ਹੈ ਮਿਸਟਰ ਗਰੇਵਾਲ। ਦੇਖੋ, ਇਹ ਸਾਡਾ ਰਿਵਾਜ ਬਣ ਗਿਆ। ਵੈਸੇ ਤਾਂ ਅਸੀਂ ਇਹਨਾਂ ਦੇ ਕੋਈ ਧਾਰਮਿਕ ਸ਼ੰਕਰਾਚਾਰੀਆ ਜਾਂ ਕੋਈ ਮੁਸਲਮਾਨਾਂ ਦੇ ਪੀਰ ਪਗੰਬਰ ਕੋਈ ਗੱਲ ਕਰਨ ਤੇ ਅਸੀਂ ਲੋੜ ਨਹੀਂ ਸਮਝਦੇ ਕਿ ਸਿੱਖ ਉਹਦੇ ਖਿਲਾਫ ਕੋਈ ਬਿਆਨਬਾਜ਼ੀ ਕਰਨ। ਇਹ ਮਰਜ਼ਾਦਾ ਨਹੀਂ ਹੋਣੀ ਚਾਹੀਦੀ। ਪਰ ਕੀ ਆ, ਸਿੱਖ ਘੱਟ ਗਿਣਤੀ ਆ, ਸਿੱਖਾਂ ਨੂੰ ਟਾਰਗੇਟ ਕੀਤਾ ਜਾਂਦਾ, ਕਿਉਂਕਿ ਜਿਹੜੀ ਬੁੱਟਰ ਸਾਹਿਬ ਨੇ ਜ਼ਿਕਰ ਕੀਤਾ ਹੈ ਕਿ ਸਿੱਖਾਂ ਦੇ ਹੋ ਰਹੇ ਹਮਲੇ ਜਾਂ ਸਿੱਖਾਂ ਦੀ ਤਰਾਸਦੀ, ਸਿੱਖਾਂ ਦੇ ਹਾਲਾਤ, ਜਥੇਦਾਰ ਸਾਹਿਬ ਇਕੱਲੇ ਕਿਸੇ ਦੂਸਰੇ ਨੂੰ ਨਹੀਂ ਕਹਿੰਦੇ ਗੇ, ਆਪਣੇ ਨੂੰ ਵੀ ਕਹਿੰਦੇ ਨੇ। ਇਹ ਸਿੱਖਾਂ ਨੂੰ ਵੀ ਬਹੁਤ ਕੁਝ ਕਹਿੰਦੇ ਨੇ। ਉਹ ਗੱਲਾਂ ਵੀ ਸਾਨੂੰ ਸੁਣਨੀ ਚਾਹੀਦੀਆਂ। ਪਰ ਇੱਥੇ ਇੱਕ ਰਿਵਾਜ ਬਣ ਗਿਆ ਕਿ ਅਸੀਂ ਉੱਠ ਕੇ ਜਥੇਦਾਰ ਸਾਹਿਬ ਨੂੰ ਜੇ ਕਿਨਾ ਕੰਡੈਮ ਕਰਾਂਗੇ, ਉਹਨਾਂ ਦੀ ਬਿਆਨ ਦੇ ਖਿਲਾਫ ਅਸੀਂ ਬੋਲਾਂਗੇ ਤਾਂ ਅਸੀਂ ਬੜੇ ਮਹਾਨ ਹੋ ਜਾਵਾਂਗੇ। ਤੋ ਇਹ ਰਵਾਇਤ ਜਿਹੜੀ ਆ ਬੜੀ ਮਾੜੀ ਆ। ਇਹਦੇ ਨਾਲ ਦੂਰੀ ਵੱਧਦੀ ਆ। ਤੋ ਜਥੇਦਾਰ ਸਾਹਿਬ ਦਾ ਅੱਜ ਦਾ ਬਿਆਨ ਇਦੋਂ ਵੱਧ ਹੋਰ ਕੀ ਕਹਿ ਸਕਦਾ ਨਹੀਂ। ਗਰੇਵਾਲ ਸਾਹਿਬ, ਮੇਰਾ ਸਵਾਲ ਇਹ ਹੈ, ਮੈਂ ਪੰਜਾਬ ਦੀਆਂ ਸਿਆਸੀ ਧਿਰਾਂ ਦੀ ਵੀ ਗੱਲ ਕਰਨਾ ਚਾਹੁੰਦਾ। ਮੈਂ ਇਹ ਨਹੀਂ ਗੱਲ ਕਰ ਰਿਹਾ ਕਿ ਤੁਸੀਂ ਹਿੰਦੂ ਭਾਈਚਾਰੇ ਦੀ ਗੱਲ ਕੀਤੀ ਕਿ ਉਹਨਾਂ ਦੇ ਜਿਹੜੇ ਸ਼ੰਕਰਾਚਾਰੇ ਹੈਗੇ ਜਾਂ ਉਹਨਾਂ ਦੇ ਖਿਲਾਫ ਅਸੀਂ ਨਹੀਂ ਬੋਲਣਾ ਚਾਹੁੰਦੇ। ਮੇਰਾ ਸਵਾਲ ਹੈ ਗਰੇਵਾਲ ਸਾਹਿਬ, ਜਥੇਦਾਰ ਸਾਹਿਬ ਨੇ ਜੋ ਕਿਹਾ ਉਸ ਨੂੰ ਪੰਜਾਬ ਦੀਆਂ ਸਿਆਸੀ ਧਿਰਾਂ ਵੀ ਉਸ ਨੂੰ ਆਪਦੇ ਸਿਆਸੀ ਮਫਾਦਾਂ ਲਈ ਨਾ ਵਰਤ ਲੈਣ। ਮੇਰਾ ਖਦਸ਼ਾ ਹੈ ਗਰੇਵਾਲ ਸਾਹਿਬ, ਤੁਹਾਨੂੰ ਇਹ ਲੱਗਦਾ ਜਾਂ ਨਹੀਂ? ਜਾਂ ਮੇਰਾ ਖਦਸ਼ਾ ਵੀ ਹੈ? ਨਹੀਂ, ਮੇਰੀ ਸੁਣੋ ਗੱਲ, ਮੇਰੀ ਗੱਲ ਸੁਣੋ। ਜਥੇਦਾਰ ਸਾਹਿਬ ਨੇ ਕੋਈ ਲੁਕਮਾ ਏਜੰਡਾ ਨਹੀਂ ਰੱਖਿਆ। ਇੱਕ ਵੀ ਗੱਲ ਦੱਸੋ ਕੋਈ ਲੁਕਮੀ ਦੱਸੀ ਹੋਵੇ। ਉਹਨਾਂ ਨੇ ਕਿਹਾ ਕਿ ਦੇਸ਼ ਨੂੰ ਅਖੰਡ ਰੱਖਣਾ ਤੇ ਦੇਸ਼ ਨੂੰ ਅਖੰਡ ਰੱਖਣ ਵਾਸਤੇ ਕਾਨੂੰਨ ਤੁਹਾਨੂੰ ਇੱਕ ਕਰਨਾ ਪਏਗਾ। ਇਹ ਕਿਹੜੀ ਗਲਤ ਗੱਲ ਹੋ ਗਈ ਜੀ? ਇਹ ਕੋਈ ਗਲਤ ਗੱਲ ਨਾ ਹੋ ਗਈ। ਤੇ ਉਹਨਾਂ ਨੇ ਕਿਹਾ ਕਿ ਅਸੀਂ ਤਾਂ ਸ਼ਾਂਤੀ ਨਾਲ, ਕਿੰਨੇ ਲਫ਼ਜ਼ ਕਹੇ ਕਿ ਭਾਈਚਾਰਾ, ਸਦਭਾਵਨਾ, ਅਮਨ, ਇਹਦੇ ਨਾਲ ਅਸੀਂ ਰਹਿਣਾ ਚਾਹੁੰਦੇ ਹਾਂ। ਤੇ ਜੇ ਇਹ ਰਹੂਗਾ ਤਾਂ ਦੇਸ਼ ਅਖੰਡ ਰਹੇਗਾ। ਇਦੋਂ ਵੱਡੀ ਗੱਲ ਜਥੇਦਾਰ ਸਾਹਿਬ ਕੀ ਕਹਿ ਸਕਦੇ ਆ? ਤੇ ਮੈਨੂੰ ਤਾਂ ਇਉਂ ਵੀ ਲੱਗਦਾ ਕਿ ਜਥੇਦਾਰ ਸਾਹਿਬ ਦੀ ਇਹ ਦੇਸ਼ ਦੀ ਅਖੰਡਤਾ ਦੀ ਕੀਤੀ ਹੋਈ ਗੱਲ, ਸਾਡਾ ਭਾਈਚਾਰਾ ਜਿਹੜਾ ਜਿਹਦੇ ਬਾਰੇ ਕੁਝ ਜ਼ਿਕਰ ਕਰ ਰਹੇ ਨੇ ਬੁੱਟਰ ਸਾਹਿਬ, ਉਹ ਵੀ ਇਸ ਗੱਲ ਤੇ ਇਤਰਾਜ਼ ਕਰੇਗਾ। ਜਥੇਦਾਰ ਸਾਹਿਬ ਨੂੰ ਤਾਂ ਸਾਡੇ ਸਿੱਖਾਂ ਦੇ ਕੁਝ ਫਿਰਕੇ, ਕੁਝ ਲੋਕਾਂ ਵੱਲੋਂ ਇਤਰਾਜ਼ ਸਾਰਾ ਪੈ ਜਾਣਾ ਤੇ ਦੇਸ਼ ਉਹਨੂੰ ਮੰਨਦਾ ਨਹੀਂ। ਦੇਸ਼ ਕਹਿੰਦਾ ਇਹ ਵੱਖਵਾਦੀ ਗੱਲ ਕਰਦੇ ਨੇ। ਇਸ ਕਰਕੇ ਜਥੇਦਾਰ ਸਾਹਿਬ ਦੇ ਹਰ ਗੱਲ ਜਿਹੜੀ ਹੁੰਦੀ ਹੈ ਨਾ, ਉਹਨਾਂ ਨੇ ਕਹੀ ਹੋਈ ਇੱਕ ਇੱਕ ਗੱਲ
ਇਸ ਦੇਸ਼ ਦੇ ਭਲੇ ਲਈ ਆ। ਠੀਕ ਠੀਕ ਜੇ ਠੀਕ ਇਹ ਦੇਸ਼ ਦੇ ਲੋਕ ਇਸ ਨੂੰ ਮੰਨ ਲੈਣ ਤਾਂ ਜਿਹੜਾ ਦੇਸ਼ ਹੈ ਉਹਦੇ ਚ ਸ਼ਾਂਤੀ ਵੀ ਰਹੇਗੀ, ਉਹਦੀ ਆਜ਼ਾਦੀ ਬਰਕਰਾਰ ਵੀ ਰਹੇਗੀ। ਤੇ ਨਹੀਂ ਤਾਂ ਕੀ ਆ ਵੀ ਪੰਜਾਬ ਦੇ ਅੰਦਰ ਜੇ ਕਿਸੇ ਤਰ੍ਹਾਂ ਦੀ ਅਸਥਿਰਤਾ ਪੈਦਾ ਹੁੰਦੀ ਆ, ਜਿਹੜੀ ਅੱਗ ਨਾਲ ਖੇਡਣ ਦੀ ਕੋਸ਼ਿਸ਼ ਕਰ ਰਹੇ ਨੇ। ਮੈਂ ਨਹੀਂ ਕਹਿ ਰਿਹਾ ਇਹ ਇਕੱਲਾ ਕੇਂਦਰ ਸਰਕਾਰ ਕਰ ਰਹੀ ਆ, ਤੇ ਜਿਹੜੀ ਸਟੇਟ ਦੀ ਸਰਕਾਰ ਹੈ ਉਹ ਵੀ ਇਹਦੇ ਵਿੱਚ ਸ਼ਾਮਲ ਹੈ, ਉਹ ਵੀ ਇਹਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ। ਜੋ ਹਾਲਾਤ ਬਣਦੇ ਜਾ ਰਹੇ ਨੇ ਇਹ ਬੜੇ ਫਿਕਰਮੰਦੀ ਵਾਲੇ। ਜੀ ਬੁੱਟਰ ਸਾਹਿਬ, ਮੈਂ ਸਵਾਲ ਇਸ ਕਰਕੇ ਕਰ ਰਿਹਾ ਸੀਗਾ, ਜਥੇਦਾਰ ਸਾਹਿਬ ਦਾ ਪੂਰਾ ਸੁਨੇਹਾ, ਪੂਰਾ ਸੰਦੇਸ਼ ਹੈ ਜਿਹੜਾ ਉਹ ਇੱਕ ਪਾਸੇ ਰੱਖ ਦਿੱਤਾ ਜਾਊਗਾ ਤੇ ਚੱਕ ਕੇ ਲਿਆ ਜਾਊਗਾ ਹਿੰਦੂ ਰਾਸ਼ਟਰ ਬਨਾਮ ਸਿੱਖ ਰਾਸ਼ਟਰ। ਨਹੀਂ ਦੇਖੋ ਕੇਪੀ ਜੀ, ਇੱਕ ਮੈਂ ਸਿੰਪਲ ਜੀ ਗੱਲ ਕਰਾਂਗਾ ਕਿ ਤੁਹਾਡੇ ਘਰ ਦੇ ਉੱਤੇ ਕੋਈ ਹਮਲਾ ਕਰਨ ਆ ਰਿਹਾ ਹੋਵੇ, ਹਮਲਾ ਕਰ ਚੁੱਕਾ ਹੋਵੇ ਤੇ ਅਸੀਂ ਇਹ ਸੋਚ ਕੇ ਚੁੱਪ ਕਰ ਕੀਤੇ ਬੈਠੇ ਰਹੀਏ ਕਿ ਜੇ ਅਸੀਂ ਜਵਾਬ ਦਿੱਤਾ ਤੇ ਉਲਟਾ ਜਿਹੜਾ ਸਾਡੇ ਵਾਲੇ ਕੀ ਭਾਵ ਬਣੂਗਾ, ਉਹਨਾਂ ਦਾ ਜਿਹੜਾ ਹੈਗਾ ਪਹਿਲੂ ਉਹਨੂੰ ਕੋਈ ਨਾ ਸਾਡਾ ਹੀ ਜਵਾਬ। ਤੁਹਾਡੀ ਆਵਾਜ਼ ਬ੍ਰੇਕ ਹੋ ਰਹੀ ਹੈ, ਮੈਂ ਇੱਕ ਬ੍ਰੇਕ ਲੈ ਲਵਾਂ, ਮੈਂ ਬ੍ਰੇਕ ਤੋਂ ਬਾਅਦ ਵਾਪਸ ਆ ਜਾਊਂਗਾ ਤੁਹਾਡੇ ਕੋਲੇ ਬੁੱਟਰ ਸਾਹਿਬ। ਬਹੁਤ ਸਾਰੇ ਸਵਾਲ ਹੈਗੇ ਤੇ ਉਹਨਾਂ ਸਵਾਲਾਂ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ। ਹਾਲਾਂਕਿ ਸਵਾਲਾਂ ਨੂੰ ਇਸ ਤਰੀਕੇ ਵੀ ਰੱਖਣ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੇ ਸਵਾਲ ਤੁਹਾਡੇ ਜ਼ਿਹਨ ਵਿੱਚ ਹੈ ਜਾਂ ਜਿਹੜੇ ਵੀ ਭਾਈਚਾਰੇ ਦੇ ਜ਼ਿਹਨ ਵਿੱਚ ਹੈ ਉਹਨਾਂ ਸਾਰੇ ਸਵਾਲਾਂ ਦੇ ਜਵਾਬ ਅਸੀਂ ਲੈ ਸਕੀਏ। ਵਾਪਸ ਆ ਰਹੇ ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਗਰੇਵਾਲ ਸਾਹਿਬ, ਵੈਸੇ ਤਾਂ ਜਥੇਦਾਰ ਸਾਹਿਬ ਨੂੰ ਕੋਈ ਸਲਾਹ ਦੇਣੀ ਬਣਦੀ ਨਹੀਂ ਗੀ, ਪਰ ਇੱਕ ਚਰਚਾ ਚੱਲਦੀ ਵੀ ਗਰੇਵਾਲ ਸਾਹਿਬ, ਮੈਂ ਉਸ ਚਰਚਾ ਨੂੰ ਤੁਹਾਡੇ ਅੱਗੇ ਰੱਖਣਾ ਚਾਹੁੰਦਾ ਕਿਉਂਕਿ ਤੁਸੀਂ ਤਾਂ ਇਹ ਗੱਲ ਦੀ ਚਰਚਾ ਹੋਰ ਅੱਗੇ ਵਧਾ ਸਕਦੇ ਹੋ। ਗਰੇਵਾਲ ਸਾਹਿਬ, ਜਥੇਦਾਰ ਸਾਹਿਬ ਜੇ ਇੱਦਾਂ ਕਹਿ ਦਿੰਦੇ ਕਿ ਸਾਰੇ ਭਾਈਚਾਰੇ ਸਾਡੇ ਆ ਤੇ ਸਰਕਾਰਾਂ ਜਾਂ ਸਿਆਸੀ ਧਿਰਾਂ ਉਹਨਾਂ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੀਆਂ ਉਹਦੇ ਸਿਆਸੀ ਮਫਾਦਾਂ ਲਈ, ਤਾਂ ਸ਼ਾਇਦ ਜ਼ਿਆਦਾ ਵੱਡਾ ਸੁਨੇਹਾ ਨਾ ਜਾਂਦਾ, ਸਰਬੱਤ ਦਾ ਭਲੇ ਦੇ ਫਲਸਫੇ ਦੀ ਗੱਲ ਵੱਡੀ ਹੋ ਜਾਂਦੀ। ਤੁਹਾਨੂੰ ਇਹ ਲੱਗਦਾ ਗਰੇਵਾਲ ਸਾਹਿਬ, ਜਾਂ ਇਹ ਚਰਚਾ ਬੇਮਾਇਨਾ ਐਵੇਂ ਕਰੀ ਜਾਂਦੇ ਲੋਕ? ਨਹੀਂ, ਦੇਖੋ ਗੱਲ ਯਾਰ, ਜਥੇਦਾਰ ਸਾਹਿਬ ਨੇ ਕਿਸੇ ਵੀ ਫਿਰਕੇ ਨੂੰ ਇਹ ਸਵਾਲ ਨਹੀਂ ਕੀਤੇ ਗਏ। ਉਹਨਾਂ ਨੇ ਉਸ ਕੁਝ ਲੋਕਾਂ ਦਾ ਜ਼ਿਕਰ ਕੀਤਾ ਜਿਹੜੇ ਲੋਕ ਇਸ ਮਾਹੌਲ ਨੂੰ ਖਰਾਬ ਕਰਨਾ ਚਾਹੁੰਦੇ ਆ, ਪਰ ਜਿਹਦੀ ਜ਼ਿੰਮੇਵਾਰੀ ਸਭ ਤੋਂ ਵੱਡੀ ਆ। ਦੇਖੋ ਸਰਕਾਰਾਂ ਦੀ ਜ਼ਿੰਮੇਵਾਰੀ ਸਭ ਤੋਂ ਵੱਡੀ ਹੁੰਦੀ ਹੈ। ਸਰਕਾਰਾਂ ਨੇ, ਪ੍ਰਸ਼ਾਸਨ ਨੇ ਮਾਹੌਲ ਨੂੰ ਠੀਕ ਰੱਖਣ ਵਾਸਤੇ ਆਪਣਾ, ਉਹਨਾਂ ਕੋਲ ਏਜੰਸੀਆਂ ਕਾਹਦੇ ਲਈ ਹੈ ਜੀ, ਉਹਨਾਂ ਕੋਲੇ ਜਿਹੜਾ ਸਾਰਾ ਅਮਲਾ ਫੈਲਾ ਕਾਹਦੇ ਵਾਸਤੇ ਆ, ਤਾਂ ਕਿ ਮਾਹੌਲ ਜਿਹੜਾ ਸੁਖਾਵਾਂ ਬਣਿਆ ਰਹੇ। ਜਥੇਦਾਰ ਸਾਹਿਬ ਦੀ ਜਿਹੜੀ ਮਤਲਬ ਅਖੰਡਤਾ ਵਾਲੀ ਗੱਲ ਆ, ਉਸ ਅਖੰਡਤਾ ਦੀ ਗੱਲ ਨੂੰ ਸਾਨੂੰ ਅੱਗੇ ਲਿਆਉਣਾ ਚਾਹੀਦਾ। ਉਹਨਾਂ ਨੇ ਕਿਹਾ ਕਿ ਸਿੱਖ ਸ਼ਾਂਤੀ, ਸਦਭਾਵਨਾ, ਪਿਆਰ। ਦੇਖੋ ਸਿੱਖਾਂ ਦਾ ਤਾਂ ਕਰੈਕਟਰ ਹੀ ਆ ਇਹ ਕਿ ਅਸੀਂ ਤਾਂ ਸਦਭਾਵਨਾ, ਪਿਆਰ ਨਾਲ ਰਹਿਣਾ ਚਾਹੁੰਦੇ ਹਾਂ। ਹੁਣ ਇਹੋ ਹੀ ਗੱਲ ਆ ਕਿ ਜਥੇਦਾਰ ਸਾਹਿਬ ਦੀ ਇਹ ਜਿਹੜੀ ਕਹਿਣੀ ਆ, ਇਹ ਸਰਕਾਰਾਂ ਨੂੰ ਆ, ਜਿਹੜੀਆਂ ਸਰਕਾਰਾਂ ਜਾਣਬੁੱਝ ਕੇ ਕੰਨ ਬੰਦ ਕਰ ਲੈਂਦੀਆਂ, ਜਾਣਬੁੱਝ ਕੇ ਅੱਖਾਂ ਬੰਦ ਕਰ ਲੈਂਦੀਆਂ ਤੇ ਫਿਰ ਸਾਰਾ ਕੁਝ ਵਾਪਰ ਦਿੰਦੀਆਂ ਤੇ ਫਿਰ ਇਹਦੇ ਬਾਰੇ ਫਿਰ ਉਹ ਐਲਾਨ ਕਰਦੀਆਂ। ਇਹਨਾਂ ਸਾਰਿਆਂ ਵਿੱਚੋਂ ਰਾਸੀ ਰੋਟੀਆਂ ਸਿੱਖਣ ਦੀਆਂ ਗੱਲਾਂ ਕਰਦੀਆਂ। ਜਥੇਦਾਰ ਸਾਹਿਬ ਨੇ ਜਿਹੜਾ ਚਿਤਨ ਕੀਤਾ, ਕਿਉਂਕਿ ਸਰਬੱਤ ਦੇ ਭਲੇ ਦੀ ਗੱਲ ਹੈ, ਉਹ ਸਭ ਧਰਮਾਂ ਨੂੰ ਸਤਿਕਾਰ ਹੈ, ਸਨਮਾਨ ਹੈ। ਜਥੇਦਾਰ ਸਾਹਿਬ ਨੇ ਕਦੇ ਕਿਸੇ ਇੱਕ ਫਿਰਕੇ ਦੀ ਗੱਲ ਨੂੰ ਕਦੇ ਨਵਾਜਿਆ ਨਹੀਂ ਤੇ ਇੱਕ ਨੂੰ ਦਰਕਾਰਿਆ ਨਹੀਂ, ਕਦੇ ਵੀ। ਤੇ ਕਿਉਂਕਿ ਸਿੱਖੀ ਦਾ ਫਲਸਫਾ ਹੈ। ਜਥੇਦਾਰ ਸਾਹਿਬ ਸਮੇਂ-ਸਮੇਂ ਨਾਲ ਸਰਕਾਰਾਂ ਨੂੰ ਚਿਤਨ ਕਰਦੇ ਆ ਵੀ ਤੁਹਾਡੀ ਕਾਰਗੁਜ਼ਾਰੀ ਦੇ ਵਿੱਚ ਖੋਟ ਹੈ, ਤੁਹਾਡੇ ਕਰਕੇ ਸਾਰਾ ਕੁਝ ਮਾੜਾ ਹੋ ਰਿਹਾ। ਸੋ ਇਸ ਕਰਕੇ ਜਥੇਦਾਰ ਸਾਹਿਬ ਦੇ ਬਿਆਨ ਨੂੰ ਕੋਈ ਇੱਕ ਫਿਰਕਾ ਨਾ ਲਵੇ। ਇਸ ਬਿਆਨ ਨੂੰ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਸਰਕਾਰਾਂ ਨੂੰ ਸੁਣਨਾ ਚਾਹੀਦਾ, ਸਰਕਾਰਾਂ ਨੂੰ ਬਾਰ-ਬਾਰ ਸੁਣਨਾ ਚਾਹੀਦਾ ਤੇ ਇਹਦੇ ਤੇ ਅਮਲ ਕਰਨਾ ਚਾਹੀਦਾ, ਤਾਂ ਕਿ ਦੇਸ਼ ਆ ਜਿਹੜਾ, ਜਿਸ ਨੂੰ ਇਹ ਆਪਣਾ ਦੇਸ਼ ਮੰਨਦੇ ਆ, ਆਪਣੀ ਕਹਿੰਦੇ ਮਾਣ ਕਰਦੇ ਆ, ਉਹ ਦੇਸ਼ ਦੀ ਏਕਤਾ ਤੇ ਅਖੰਡਤਾ ਰਵੇ। ਤਦ ਰਹੇਗੀ ਜੇ ਜਥੇਦਾਰ ਸਾਹਿਬ ਦੀ ਗੱਲ ਨੂੰ ਸੁਣ ਕੇ ਲਾਗੂ ਕੀਤਾ ਜਾਵੇ। ਚਲੋ ਠੀਕ ਹੈ। ਬੁੱਟਰ ਸਾਹਿਬ, ਗਰੇਵਾਲ ਸਾਹਿਬ ਵਾਰ-ਵਾਰ ਇਹ ਗੱਲ ਕਹਿ ਰਹੇ ਸਰਕਾਰਾਂ ਨੂੰ ਸੁਣਨਾ ਚਾਹੀਦਾ, ਸਰਕਾਰਾਂ ਨੂੰ ਸਮਝਣਾ ਚਾਹੀਦਾ, ਸਰਕਾਰਾਂ ਨੂੰ ਸੰਜੀਦਗੀ ਵਰਤਣੀ ਚਾਹੀਦੀ ਜਥੇਦਾਰ ਸਾਹਿਬ ਦੇ ਬਿਆਨ ਦੇ ਮਾਮਲੇ, ਜਥੇਦਾਰ ਸਾਹਿਬ ਦੇ ਸੰਦੇਸ਼ ਦੇ ਮਾਮਲੇ 'ਚ। ਮੇਰਾ ਸਵਾਲ ਹੈ ਬੁੱਟਰ ਸਾਹਿਬ, ਜੋ ਤੀਕਰ ਹੁਣ ਇਹ ਸਾਰੀਆਂ ਘਟਨਾਵਾਂ ਵਾਪਰ ਰਹੀਆਂ, ਕਿ ਸਰਕਾਰਾਂ ਜਥੇਦਾਰ ਸਾਹਿਬ ਦੇ ਇਸ ਬਿਆਨ ਨੂੰ ਸੀਰੀਅਸਲੀ ਲੈਣਗੀਆਂ, ਸੁਣਨਗੀਆਂ? ਕਿਉਂਕਿ ਜਦੋਂ ਵਾਰ-ਵਾਰ ਜਥੇਦਾਰ ਸਾਹਿਬ ਵੀ ਇਹ ਗੱਲ ਕਹਿੰਦੇ ਹੋਣ ਕਿ ਦਿੱਲੀ ਸੁਣਦੀ ਨਹੀਂ, ਉਦੋਂ ਸਵਾਲ ਬਹੁਤ ਵੱਡਾ ਹੋ ਜਾਂਦਾ ਮਿਸਟਰ ਬੁੱਟਰ। ਦੇਖੋ ਜੀ, ਜਿਹੜੀ ਸਿੱਖਾਂ ਦੇ ਨਾਲ ਦੂਜੇ ਦਰਜੇ ਦੇ ਨਾਗਰਿਕ ਦੀ ਵਰਗਾ ਵਿਵਹਾਰ ਕਰਨ ਦੀ ਜਿਹੜੀ ਸਿੱਖਾਂ ਦੇ ਵਿੱਚ ਇੱਕ ਹੀਣ ਭਾਵਨਾ ਪੈਦਾ ਹੋਈ ਆ, ਜਾਂ ਇਸ ਤਰ੍ਹਾਂ ਦੀ ਅਲੈਹਦਗੀ ਦੀ ਭਾਵਨਾ ਪੈਦਾ ਹੋਈ ਆ, ਮੈਨੂੰ ਲੱਗਦਾ ਵੀ ਕੋਈ ਨਾ ਕੋਈ ਕਾਰਨ ਤਾਂ ਪਿੱਛੇ ਹੈ ਹੀ ਆ। ਆਮ ਸਿੱਖ ਤੋਂ ਲੈ ਕੇ ਸਿੱਖ ਕੌਮ ਦਾ ਜਰਨੈਲ ਵੀ ਜੇ ਇਦਾਂ ਦੀਆਂ ਬਿਆਨਬਾਜ਼ੀਆਂ ਦਵੇ ਕਿ ਸਿੱਖਾਂ ਦੇ ਨਾਲ ਕਿਤੇ ਨਾ ਕਿਤੇ ਵਿਤਕਰਾ ਹੋ ਰਿਹਾ ਦੇਸ਼ ਦੇ ਵਿੱਚ, ਉਹਨਾਂ ਪ੍ਰਤੀ ਕਾਨੂੰਨ ਦੀ ਭਾਵਨਾ ਹੋ ਰਿਹਾ,
ਤਾਂ ਮੈਨੂੰ ਲੱਗਦਾ ਕੋਈ ਨਾ ਕੋਈ ਤਾਂ ਇਹਦੇ ਵਿੱਚ ਅਸਲੀਅਤ ਹੈ ਹੀ ਆ। ਦੂਸਰੀ ਗੱਲ ਰਹੀ ਸਰਕਾਰਾਂ ਦੀ, ਦੇਖੋ ਸਰਕਾਰ ਪੰਜਾਬ ਦੇ ਵਿੱਚ ਕੀ ਹੋ ਰਿਹਾ, ਪਿਛਲੇ ਦਿਨਾਂ ਜਿਹੜਾ ਉਹ ਤਥਾਕਥਿਤ ਜਿਹੜਾ ਹਿੰਦੂ ਆਗੂ ਸੀਗਾ ਸੁਧੀਰ ਸੂਰੀ, ਉਹਦਾ ਕਤਲ ਹੋਇਆ। ਠੀਕ ਹੈ ਕਿ ਕਿਸੇ ਵੀ ਮਨੁੱਖ ਦਾ ਕਤਲ ਹੋਣਾ ਅਸੀਂ ਸਮਝਦੇ ਆ ਕਿ ਉਹ ਚੰਗੇ ਸਮਾਜ ਦੇ ਵਿੱਚ ਚੰਗੀ ਗੱਲ ਨਹੀਂ ਆ, ਪਰ ਉਹਦੇ ਪਿਛੋਕੜ 'ਚ ਅਸੀਂ ਚੱਲ ਜਾਈਏ, ਇਹੋ ਜਿਹੇ ਪੰਜਾਬ ਦੇ ਵਿੱਚ ਕਿੰਨੇ ਹੀ ਆਗੂ ਨੇ ਜਿਹੜੇ ਦੂਜੇ ਧਰਮਾਂ ਦੇ ਖਿਲਾਫ ਹੇਟ ਸਪੀਚ ਦਿੰਦੇ ਆ, ਉਸ ਤੋਂ ਬਾਅਦ ਉਹਨਾਂ ਨੂੰ ਬਾਹਰੋਂ ਵਿਦੇਸ਼ੀ ਕਾਲਾਂ ਦੇ ਉੱਤੋਂ ਧਮਕੀਆਂ ਭਰੇ ਫੋਨ ਆਉਂਦੇ ਆ, ਤੇ ਸਰਕਾਰ ਕੀ ਕਰਦੀ ਆ ਕਿ ਉਹਨਾਂ ਦੇ ਮਗਰ ਇੰਨੀਆਂ ਤਕੜੀਆਂ ਸੁਰੱਖਿਆਵਾਂ ਲਗਾ ਦਿੰਦੀ ਆ। ਸ਼ਾਇਦ ਪੰਜਾਬ ਦੇ ਵਿੱਚ ਚੰਗੇ ਭਲੇ ਜਿਹੜੇ ਮਿਨਿਸਟਰ ਨੇ ਉਹਨਾਂ ਦੇ ਨਾਲ ਇੰਨੀਆਂ ਸੁਰੱਖਿਆਵਾਂ ਨਹੀਂ ਆ। ਮੈਨੂੰ ਲੱਗਦਾ ਸਰਕਾਰ ਨੂੰ ਕੀ ਕਰਨਾ ਚਾਹੀਦਾ, ਵਿਦੇਸ਼ਾਂ ਦੇ ਵਿੱਚ ਵੇਖੋ ਕਿਸੇ ਨੂੰ ਕੋਈ ਨਿੱਜੀ ਸੁਰੱਖਿਆ ਨਹੀਂ ਆ, ਜੇ ਕਿਸੇ ਨੇ ਕੋਈ ਸੁਰੱਖਿਆ ਲੈ ਲਿਆ ਤਾਂ ਉਹਨੂੰ ਉਸ ਦੀ ਸੁਰੱਖਿਆ ਦਾ ਖਰਚਾ ਉਠਾਉਣਾ ਪੈਂਦਾ। ਮੈਂ ਕਹਿੰਦਾ ਪੰਜਾਬ ਦੇ ਵਿੱਚ ਸਰਕਾਰ ਇੱਕੋ ਗੱਲ ਕਰ ਦੇਵੇ ਤਾਂ ਸਾਰਾ ਹੀ ਜਿਹੜਾ ਤਾਣਾ ਬਾਣਾ ਠੀਕ ਹੋ ਜਾਏਗਾ, ਕਿਉਂਕਿ ਜਿੰਨੀ ਗੇਮ ਪੰਜਾਬ ਦੇ ਵਿੱਚ ਭਰੇ ਬਿਆਨਾਂ ਦੀ ਆ ਉਹ ਸਿਰਫ ਤੇ ਸਿਰਫ ਸੁਰੱਖਿਆਵਾਂ ਲੈਣ ਦੇ ਲਈ ਆ, ਔਰ ਸੁਰੱਖਿਆਵਾਂ ਦੀ ਆੜ ਦੇ ਵਿੱਚ ਉਹ ਲੋਕ ਜਿਹੜੇ ਆ ਉਹ 2 ਨੰਬਰ ਦੇ ਕੰਮ ਕਰਦੇ ਆ, ਉਹ ਜਰਾਇਮ ਪੇਸ਼ਾ ਕੰਮ ਕਰਦੇ ਆ। ਸੋ ਮੈਨੂੰ ਲੱਗਦਾ ਜੇ ਸਰਕਾਰਾਂ ਇਸ ਤਰ੍ਹਾਂ ਦਾ ਇੱਕ ਪੈਮਾਨਾ ਬਣਾ ਦੇਣਾ ਕਿ ਜੇਕਰ ਕੋਈ ਮਨੁੱਖ ਹੇਟ ਸਪੀਚ ਦੇਣ ਕਾਰਨ ਜਾਂ ਕਿਸੇ ਗਲਤ ਵਰਤਾਰੇ ਦੇ ਕਾਰਨ ਉਸ ਨੂੰ ਕਿਸੇ ਤਰ੍ਹਾਂ ਦਾ ਥ੍ਰੈਟ ਆਉਂਦਾ ਤਾਂ ਉਹਨੂੰ ਸੁਰੱਖਿਆ ਸਰਕਾਰ ਦੇਵੇ, ਪਰ ਇਸ ਦੇ ਨਾਲ ਉਹਨੂੰ ਕਹੇ ਕਿ ਸੁਰੱਖਿਆ ਦਾ ਖਰਚਾ ਖੁਦ ਉਠਾਓ, ਆਪਣੀ ਸੁਰੱਖਿਆ ਦਾ ਖਰਚਾ ਤੂੰ ਖੁਦ ਉਠਾਓ। ਕਿਉਂਕਿ ਸਰਕਾਰ ਨੇ ਕੀ ਠੇਕਾ ਲਿਆ ਚੰਦ ਕੁ ਬੰਦਿਆਂ ਦਾ, ਉਹ ਜਿਹੜੇ ਬੰਦੇ ਲੋਕਾਂ ਦੂਜੇ ਧਰਮਾਂ ਦੇ ਖਿਲਾਫ ਭੜਕਾਊ ਬਿਆਨ ਦੇਣ ਤਾਂ ਸਰਕਾਰ ਉਹਨਾਂ ਦੇ ਮਗਰ 40-40 50 ਗਨਮੈਨ ਲਾਉਣ, ਦੂਜੇ ਪਾਸੇ ਆਮ ਨਾਗਰਿਕਾਂ ਦੇ ਲਈ ਸੁਰੱਖਿਆ ਲਈ ਥਾਣਿਆਂ ਚੌਕਿਆਂ ਦੇ ਵਿੱਚ ਦੀ ਨਫਜ ਨਹੀਂ ਗਈ। ਸੋ ਇਸ ਤਰ੍ਹਾਂ ਮੈਨੂੰ ਲੱਗਦਾ ਕਿ ਸਰਕਾਰਾਂ ਨੂੰ ਵੀ ਤਰਕਗਤ ਤੇ ਨਿਆਂਗਤ ਰੱਖਿਆ ਦਾ ਇੱਕ ਪੈਮਾਨਾ ਤੈਅ ਕਰਨਾ ਪਏਗਾ, ਜਿਹਦੇ ਨਾਲ ਪੰਜਾਬ ਦੇ ਵਿੱਚ ਸਮਾਜ ਦੇ ਵਿੱਚ ਜਿਹੜੀ ਆ ਉਹ ਦਸ਼ਾ ਤੇ ਦਿਸ਼ਾ ਜਿਹੜੀ ਸੁਧਾਰੀ ਜਾਵੇ। ਪੰਜਾਬ ਦੇ ਵਿੱਚ ਹਾਲਾਤ ਬਹੁਤ ਜ਼ਿਆਦਾ ਸਮਾਜਿਕ ਪੱਧਰ ਤੇ ਬਦਤਰ ਨੇ। ਆਮ ਬੰਦਾ ਭਾਵੇਂ ਹਿੰਦੂ ਆ ਤੇ ਸਿੱਖ ਆ, ਉਹ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ। ਚਾਂਤਕ ਬੰਦਿਆਂ ਦੇ ਭੜਕਾਊ ਬਿਆਨਾਂ ਕਰਕੇ ਪੂਰਾ ਪੰਜਾਬ ਅੱਗ ਦੀ ਭੱਠੀ ਵੱਲ ਜਿਹੜਾ ਉਹ ਜਾਂਦਾ ਦਿਖਾਈ ਦੇ ਰਿਹਾ। ਸੋ ਸਰਕਾਰਾਂ ਨੂੰ ਕਿਤੇ ਨਾ ਕਿਤੇ ਇਸ ਪਾਸੇ ਧਿਆਨ ਦੇਣ ਦੀ ਲੋੜ ਆ। ਜੇ ਸਿੱਖ ਕੌਮ ਦੇ ਜਰਨੈਲ ਨੇ, ਅਕਾਲ ਤਖਤ ਦੇ ਜਥੇਦਾਰ ਨੇ ਇਸ ਗੱਲ ਦੀ ਚਿੰਤਾ ਜ਼ਾਹਰ ਕੀਤੀ ਆ, ਤਾਂ ਮੈਨੂੰ ਲੱਗਦਾ ਕਿ ਜਿਹੜੀ ਸਰਕਾਰ ਜਥੇਦਾਰ ਸਾਹਿਬ ਦਾ ਇੰਨਾ ਸਨਮਾਨ ਕਰਦੀ ਆ ਕਿ ਕੇਂਦਰ ਸਰਕਾਰ ਨੇ ਪਿੱਛੇ ਜੀ ਜਦੋਂ ਪੰਜਾਬ ਸਰਕਾਰ ਨੇ ਉਹਨਾਂ ਦੀ ਸੁਰੱਖਿਆ ਵਾਪਸ ਲਈ ਤਾਂ ਉਹਨਾਂ ਦੇ ਸਨਮਾਨ ਦੇ ਲਈ, ਉਹਨਾਂ ਦੀ ਖਿਦਮਤ ਲਈ ਕੇਂਦਰ ਸਰਕਾਰ ਨੇ ਜੜ ਸੁਰੱਖਿਆ ਦਿੱਤੀ। ਠੀਕ, ਤਾਂ ਉਹ ਜਥੇਦਾਰ ਦੀ ਗੱਲ ਨੂੰ ਵੀ ਵਜਨ ਨਾਲ ਕਿਉਂ ਨਹੀਂ ਲੈਂਦੀ ਸਰਕਾਰ? ਉਹ ਕੌਮ ਦਾ ਜਰਨੈਲ ਆ। ਅਸੀਂ ਇੱਕ ਚੰਗੇ ਸਮਾਜ ਦੇ ਵਿੱਚ, ਇੱਕ ਚੰਗੇ ਤਾਣੇ ਬਾਣੇ ਦੇ ਵਿੱਚ ਵਿਚਰਨ ਵਾਲੇ ਸਮਾਜਿਕ ਲੋਕ ਆ। ਉਹ ਸਮਾਜ ਦੇ ਵਿੱਚ ਜਿਹੜੀ ਅਸਥਿਰਤਾ ਫੈਲਦੀ ਆ ਉਹਦੇ ਬਾਰੇ ਜੇ ਕਿਸੇ ਕੌਮ ਦਾ ਆਗੂ ਚਿੰਤਾ ਜ਼ਾਹਰ ਕਰਦਾ ਤਾਂ ਸਰਕਾਰ ਨੂੰ ਲਿਹਾਜ਼ਾ ਉਸ ਨੂੰ ਚਿੰਤਾ ਦੇ ਨਜ਼ਰੀਏ ਤੋਂ ਵਿਚਾਰਨਾ ਪੜਚੋਲਣਾ ਚਾਹੀਦਾ ਹੈ। ਠੀਕ ਹੈ। ਗਰੇਵਾਲ ਸਾਹਿਬ, ਇੱਕ ਆਖਰੀ ਸਵਾਲ ਤੁਹਾਨੂੰ ਕਰ ਰਿਹਾ। ਗਰੇਵਾਲ ਸਾਹਿਬ, ਤੁਹਾਨੂੰ ਇਹ ਲੱਗਦਾ ਕਿ ਸਾਰੇ ਜਿਹੜੇ ਧਾਰਮਿਕ ਜਥੇਬੰਦੀਆਂ ਹੈਗੀਆਂ ਉਹਨਾਂ ਦੇ ਨੁਮਾਇੰਦਿਆਂ ਨਾਲ ਸਰਕਾਰ ਨੂੰ, ਪ੍ਰਸ਼ਾਸਨ ਨੂੰ ਗੱਲਬਾਤ ਕਰਨੀ ਚਾਹੀਦੀ ਹੈ, ਵਿਚਾਰ ਕਰਨਾ ਚਾਹੀਦਾ ਤਾਂ ਜੋ ਭਾਈਚਾਰਕ ਸਾਂਝ ਆ ਜਿਹੜੀ ਉਸ ਨੂੰ ਕੋਈ ਲਾਂਬੂ ਨਾ ਲਗਾ ਸਕੇ? ਗਰੇਵਾਲ ਸਾਹਿਬ, ਦੇਖੋ ਜੀ, ਇਸ ਗੱਲ ਲਈ ਤਾਂ ਕੋਈ ਇਤਰਾਜ਼ ਹੀ ਨਹੀਂ ਕਰਦਾ। ਅਸੀਂ ਕਦੋਂ ਕਹਿੰਦੇ ਆ ਕਿ ਸਰਕਾਰ ਗੱਲਾਂ ਨਾ ਕਰੇ, ਪਰ ਮਸਲਾ ਕੀ ਆ ਵੀ ਸਰਕਾਰ ਗੱਲਾਂ ਕਰੇ, ਬੁਲਾਵੇ, ਪਰ ਕੋਈ ਉਹਦਾ ਮਸਲਾ ਤਾਂ ਹੱਲ ਕਰੇ ਨਾ ਜੀ। ਹੁਣ ਦੇਖੋ, ਪਰਚਾ ਕੀਤਾ, ਉਹਨੂੰ ਬੰਦੇ ਨੂੰ ਅੰਦਰ ਕਰਨਗੇ ਤਾਂ ਮਾਹੌਲ ਸੁਖਾਵਾਂ ਬਣਿਆ ਰਹੇਗਾ। ਨਹੀਂ ਤਾਂ ਜਦੋਂ ਸਰਕਾਰ ਬੁਲਾਏਗੀ ਸਵਾਲ ਇਹੋ ਹੀ ਕਰਨਗੇ, ਜਿਵੇਂ ਅੱਜ ਕੱਲ੍ਹ ਕਿਸਾਨ ਜਥੇਬੰਦੀਆਂ ਦਾ ਚੱਲ ਰਿਹਾ, ਤੁਸੀਂ ਦੇਖ ਰਹੇ ਹੋ, ਕੋਈ ਧਰਨਾ ਲਾ ਰਿਹਾ, ਕੋਈ ਹਟਾ ਰਿਹਾ, ਕੋਈ ਕੁਝ ਕਰ ਰਿਹਾ। ਮਤਲਬ ਜਿਹੜੀ ਆਪਾਂ ਵਾਅਦਾ ਕਰਦੇ ਆ ਉਸ ਤੇ ਖਰਾ ਉਤਰੀਏ। ਜਥੇਦਾਰ ਸਾਹਿਬ ਦਾ ਬਿਆਨ ਦੇਸ਼ ਦੀ ਅਖੰਡਤਾ ਦੀ ਗੱਲ ਕਰਦਾ ਤੇ ਸਦਭਾਵਨਾ ਪਿਆਰ ਦੀ ਗੱਲ ਕਰਦਾ। ਇਹ ਗੱਲ ਸਾਨੂੰ ਮੁੱਖ ਰੱਖ ਕੇ ਸਮਝਣੀ ਚਾਹੀਦੀ ਹੈ ਤੇ ਇਹਨੂੰ ਲਾਗੂ ਕਰਾਉਣਾ ਚਾਹੀਦਾ। ਗੱਲਬਾਤ ਦਾ ਦੌਰ ਜ਼ਰੂਰ ਜਾਰੀ ਰੱਖਣਾ ਚਾਹੀਦਾ। ਚਲੋ, ਬਹੁਤ ਧੰਨਵਾਦ ਗਰੇਵਾਲ ਸਾਹਿਬ ਤੁਹਾਡਾ। ਗਰੇਵਾਲ ਸਾਹਿਬ, ਤੁਹਾਡੇ ਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ, ਤੁਹਾਡੇ ਤੇ ਨਜ਼ਰ ਰਹੂਗੀ ਸਾਡੀ, ਤੁਸੀਂ ਕਿਸ ਤਰੀਕੇ ਨਾਲ ਆਪਣੀ ਇਸ ਜ਼ਿੰਮੇਵਾਰੀ ਨੂੰ ਨਿਭਾਉਂਦੇ ਹੋ। ਤੁਹਾਡਾ ਬਹੁਤ ਧੰਨਵਾਦ ਗੁਰਚਰਨ ਸਿੰਘ ਗਰੇਵਾਲ, ਤੁਸੀਂ ਵਕਤ ਕੱਢਿਆ। ਤੇ ਤਲਵਿੰਦਰ ਪੁੱਟਰ, ਆਪਣੇ ਕੋਲ ਵਕਤ ਹੁਣ ਇੰਨਾ ਹੀ ਹੈ। ਤੁਹਾਡਾ ਬਹੁਤ ਧੰਨਵਾਦ। ਫਿਰ ਕਦੇ ਗੱਲ ਕਰ ਲਵਾਂਗੇ ਆਪਾਂ। ਹਾਂ, ਇੱਕੋ ਛੋਟੀ ਜੀ ਗੱਲ ਜਾਂਦੇ ਕਰਨਾ ਚਾਹੁੰਦਾ ਕਿ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਬੇਵਿਸ਼ਵਾਸੀ ਦਾ ਮਾਹੌਲ ਪੈਦਾ ਹੋ ਰਿਹਾ, ਸਰਕਾਰ ਨੂੰ ਇੱਕ ਸਾਡਾ ਸੁਝਾਅ ਆ ਕਿ ਇੱਕ ਸਾਰੇ ਧਰਮਾਂ ਦਾ ਇੱਕ ਕਮਿਊਨਿਟੀ ਪਲੇਟਫਾਰਮ ਉਸਾਰਨ ਦੀ ਲੋੜ ਹੈ, ਜਿਹਦੇ ਨਾਲ ਅਸੀਂ ਅੰਤਰ ਧਰਮ ਸਦਭਾਵਨਾ ਤੇ ਅੰਤਰ ਧਰਮ ਸੰਵਾਦ ਔਰ ਆਪਸੀ ਮਿਲਵਰਤਨ, ਪਿਆਰ ਦੇ ਜਿਹੜੇ ਆਪਸੀ ਸਾਂਝਾਂ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਵਿਸ਼ਵਾਸ ਦੀ ਭਾਵਨਾ ਵਿੱਚ ਲੈ ਕੇ ਆਏ। ਮੈਨੂੰ ਲੱਗਦਾ ਜਿਹੜੇ
ਨਫ਼ਰਤੀ ਪ੍ਰਚਾਰ ਕਰਨ ਵਾਲੇ ਲੋਕਾਂ ਨੂੰ ਇਸ ਤਰੀਕੇ ਵੀ ਪਛਾੜਿਆ ਜਾ ਸਕਦਾ। ਸਰਕਾਰ ਨੂੰ ਵੀ ਇੱਕ ਇਹੋ ਜਿਹਾ ਪਲੇਟਫਾਰਮ ਉਸਾਰਨ ਦੀ ਲੋੜ ਆ ਕਿ ਜਿੱਥੇ ਸਾਰੇ ਧਰਮਾਂ ਦੇ ਨੁਮਾਇੰਦੇ ਉੱਥੇ ਬੈਠ ਕੇ ਇੱਕ ਚੰਗਾ ਸਮਾਜ ਸਿਰਜਣ ਦੀ ਦਿਸ਼ਾ ਦੇ ਵਿੱਚ ਉਸਾਰੂ ਵਿਚਾਰਾਂ ਕਰ। ਚਲੋ ਬੁੱਟਰ ਸਾਹਿਬ, ਤੁਹਾਡਾ ਵੀ ਬਹੁਤ ਧੰਨਵਾਦ, ਤੁਸੀਂ ਵਕਤ ਕੱਢਿਆ ਤੇ ਜਿਹੜਾ ਤੁਹਾਡਾ ਸੁਨੇਹਾ ਸਰਕਾਰ ਕਿੰਨਾ ਸੁਣਦੀ ਆ ਸਾਡੀ ਵੀ ਨਜ਼ਰ ਰਹੇਗੀ। ਗਰੇਵਾਲ ਸਾਹਿਬ, ਤੁਹਾਡਾ ਇੱਕ ਵਾਰ ਫਿਰ ਬਹੁਤ ਧੰਨਵਾਦ। ਜਥੇਦਾਰ ਸਾਹਿਬ ਨੇ ਜੋ ਕਿਹਾ ਸੀਗਾ ਤੇ ਉਸ ਸੰਦੇਸ਼ ਨੂੰ, ਉਸ ਬਿਆਨ ਨੂੰ ਚੰਗੀ ਤਰ੍ਹਾਂ ਸਮਝਣ ਦੀ ਜ਼ਰੂਰਤ ਹੈਗੀ ਹੈ, ਸੰਜੀਦਗੀ ਨਾਲ ਵਿਚਾਰਨ ਦੀ ਜ਼ਰੂਰਤ ਹੈਗੀ ਹੈ। ਪਰ ਜਿਹੜੇ ਇਸ ਵਿਚਾਰ ਨੂੰ, ਇਸ ਸੰਦੇਸ਼ ਨੂੰ ਆਪਣੀ ਸਿਆਸਤ ਲਈ, ਆਪਣੇ ਸਿਆਸੀ ਮੁਫਾਦ ਲਈ ਵਰਤ ਰਹੇ ਨੇ ਜਾਂ ਵਰਤਣ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਨੇ, ਉਹਨਾਂ ਬਾਰੇ ਵੀ ਸਵਾਲ ਖੜੇ ਕਰਨੇ ਬਣਦੇ ਆ ਤੇ ਉਹ ਚਾਹੇ ਕੋਈ ਵੀ ਧਿਰ ਹੋਵੇ, ਅਸੀਂ ਸਵਾਲ ਕਰਾਂਗੇ ਜ਼ਰੂਰ। ਬਹੁਤ ਧੰਨਵਾਦ।